ਹਾਲੇਲੂਇਆ। ਵੈਲਕਮ 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 ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵੈਲਕਮ ਕਰਦੇ ਹਾਂ। ਅੱਜ ਦਾ ਕਲਾਮ ਸਿੱਖਣ ਜਾ ਰਹੇ ਹਾਂ ਯਰਮੀਆ 45 ਅਧਿਆਏ। ਬਾਰੂਕ ਕੌਣ ਸੀ ਉਹ? ਇੱਕ ਵਫਾਦਾਰ ਸੀ। ਜਦੋਂ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਉਹਦੇ ਕਰੈਕਟਰ 'ਚ ਬਹੁਤ ਚੀਜ਼ਾਂ ਮਿਲੀਆਂ, ਕਿਉਂਕਿ ਸਾਨੂੰ ਪਰਮੇਸ਼ਰ ਦੇ ਦਾਸਾਂ ਦੇ ਕਰੈਕਟਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸਟਰੋਂਗ ਸੀਗਾ, ਨਿਸਵਾਰਥ ਭਗਤੀ ਕਰਨ ਵਾਲਾ ਸੀ, ਆਗਿਆਕਾਰੀ ਸੀ, ਭਰੋਸੇਮੰਦ ਸੀ, ਪਰਮੇਸ਼ਰ ਤੇ ਭਰੋਸਾ ਰੱਖਣ ਵਾਲਾ ਸੀ ਔਰ ਕਿਹਦੀ ਸੰਗਤੀ ਕਰਦਾ ਸੀ। ਹਾਲੇਲੂਇਆ। ਇੱਕ ਬਾਈਬਲ ਚ ਉਹਦਾ ਇੱਕ ਅੱਛੀ ਜਗ੍ਹਾ ਹੈ। ਜਦੋਂ ਮੈਂ ਸਟੱਡੀ ਕਰ ਰਹੀ ਸੀ, ਮੁੰਸ਼ੀ ਕਹਿ ਲੋ ਕਿ ਮਤਲਬ ਇੱਕ ਅੱਛਾ ਅਧਿਕਾਰੀ ਸੀਗਾ। ਸਭ ਤੋਂ ਪਹਿਲੇ ਜਦੋਂ ਅਸੀਂ ਪੜ੍ਹਦੇ ਹਾਂ बारूक यर्मिया भविष्यवक्ता से भविष्यवाणी के ये वचन सुनकर किताब में लिखता था। जो ਉਹ ਸੁਣਦਾ ਸੀ ਯਰਮੀਆ ਤੋਂ ਲਿਖਦਾ ਸੀ। ਹੁਣ ਉਹ ਲਿਖਦਾ ਕਿਉਂ ਸੀਗਾ? ਕਿਉਂਕਿ ਯਰਮੀਆ ਕੋ ਉਸ ਸਮੇਂ, ਅਗਰ ਤੁਸੀਂ ਕਹੋ ਯਰਮੀਆ ਕਦੀ ਜੇਲ੍ਹ ਚ ਹੁੰਦਾ ਸੀ, ਯਰਮੀਆ ਕਦੀ ਕੂਏ ਚ ਸੁੱਟਿਆ ਜਾਂਦਾ ਸੀ, ਕਦੀ ਯਰਮੀਆ ਜੰਗਲੇ ਦੇ ਵਿੱਚ ਬੰਦ ਹੁੰਦਾ ਸੀ। ਉਹਦੇ ਕੋਲ ਚੀਜ਼ਾਂ ਨਹੀਂ ਹੁੰਦੀਆਂ ਸੀ, ਪਰ ਪਰਮੇਸ਼ਰ ਦਾ ਕਲਾਮ ਉਹਦੇ ਕੋਲ ਹੁੰਦਾ ਸੀ। ਲਿਖ ਨਹੀਂ ਸਕਦਾ ਸੀ। ਉਹਨੇ ਬਹੁਤ ਮਦਦ ਕੀਤੀ ਹੈ ਯਰਮੀਆ ਦੀ ਲਿਖਣ ਦੇ ਵਿੱਚ। ਫਸਟ ਟਾਈਮ ਉਹ ਯਰਮੀਆ ਨੂੰ ਜਦੋਂ ਮਿਲਿਆ, ਉਹਨੇ ਲਿਖਦਾ ਸੀ। ਫਿਰ ਉਸ ਤੋਂ ਬਾਅਦ ਦੇਖੋ ਇੱਕ ਚੀਜ਼ ਉਹਦੇ ਚ ਇਹ ਵੀ ਮਿਲਦੀ ਹੈ ਬਾਰੂਕ ਦੇ ਵਿੱਚ, ਕਿ ਉਸ ਸਮੇਂ ਵੀ ਬਹੁਤ ਭਵਿਸ਼ਯਵਕਤਾ ਸੀ। ਤੁਸੀਂ ਯਰਮੀਆ ਦੀ ਬੁੱਕ ਪੜ੍ਹੀ, ਬਹੁਤ ਭਵਿष्य, ਪਰ ਉਹਨੇ ਯਰਮੀਆ ਦਾ ਸਾਥ ਚੁਣਿਆ ਕਿਉਂਕਿ ਯਰਮੀਆ ਨਾਲੋਂ ਚੱਲਦਾ ਸੀ, ਯਰਮੀਆ ਦੀ ਸੰਗਤੀ ਕਰਦਾ ਸੀ, ਜਿਸ ਕਰਕੇ ਉਹਦਾ ਨਾਮ ਬਾਰੂਕ ਦਾ ਬਹੁਤ ਵਾਰ ਯਰਮੀਆ ਦੀ ਬੁੱਕ ਦੇ ਵਿੱਚ ਹੈ। ਸਾਡਾ ਚੁਣਨਾ ਕਿੱਦਾਂ ਦਾ, ਜਿਸ ਚੁਣ ਰਿਹਾ ਸੀ ਉਹਨਾਂ ਕਿੰਨੀ ਵਫਾਦਾਰੀ। ਬਹੁਤ ਕੁਝ ਮਿਲੇਗਾ ਇਸ ਕਰੈਕਟਰ ਦੇ ਵਿੱਚ ਸਿੱਖਣ ਨੂੰ ਸਾਨੂੰ, ਬਹੁਤ ਕੁਝ। ਔਰ ਸਟਰੋਂਗ ਹਾਰਟ ਸੀਗਾ। ਪ੍ਰੋਬਲਮਸ ਉਸ ਸਮੇਂ ਵੀ ਸੀਗੀਆਂ, ਪਰ ਪਰਮੇਸ਼ਰ, ਜਦੋਂ ਮੈਂ ਇਸ ਵਚਨ ਨੂੰ ਪੜ੍ਹੀ ਸੀ, ਮੈਨੂੰ ਸਭ ਤੋਂ ਅੱਛੀ ਆਇਤ ਇਹ ਲੱਗੀ। ਫਿਰ ਮੈਂ ਇਹਦੇ ਤੇ ਕਲਾਮ ਬਣਾ ਕੀਤਾ। ਪਰਮੇਸ਼ਰ ਨੇ ਉਹਦੇ ਨਾਲ ਉਹਦੇ ਲਈ ਗੱਲਬਾਤ ਕੀਤੀ। ਪਰਮੇਸ਼ਰ ਨੇ ਯਰਮੀਆ ਦੇ ਦੁਆਰਾ ਉਹਦੇ ਲਈ ਗੱਲਬਾਤ ਕੀਤੀ। ਉਹਨੂੰ ਇੱਕ ਤਸੱਲੀ ਦਿੱਤੀ, ਕਹਿ ਲੋ ਕਿ ਕੀ ਕਹਿ ਸਕਦੇ ਹਾਂ, ਉਹਨੂੰ ਤਸੱਲੀ ਦਿੱਤੀ ਯਰਮੀਆ ਦੇ ਦੁਆਰਾ ਕਿ ਫਿਕਰ ਨਾ ਕਰ। लिखे है, परंतु जहां कहीं तू जाएगा वहां मैं तेरा प्राण बचाकर तुझे जीवित रखूंगा। तो सब तो लास्ट 5 आयत मैंने हिला के रखता कि परमेश्वर ਉਹਨਾਂ ਗੱਲ ਕਰ ਰਹੇ। ਉਹ ਪਰੇਸ਼ਾਨ ਸੀ ਕਿ ਮੈਂ ਸਹੀ ਚੱਲ ਰਿਹਾ। ਕਈ ਵਾਰ ਅਸੀਂ ਕੰਫਿਊਜ਼ ਹੋ ਜਾਂਦੇ ਕਿ ਅਸੀਂ ਸਹੀ ਚੱਲ ਰਹੇ ਹਾਂ, ਅਸੀਂ ਜੋ ਕਰ ਰਹੇ ਹਾਂ ਸਹੀ ਆ, ਸਾਡੀ ਜ਼ਿੰਦਗੀ ਕਿੱਦਾਂ ਦੀ ਹੈ, ਅਸੀਂ ਜੋ ਸੁਣ ਰਹੇ ਹਾਂ ਸਹੀ ਹੈ, ਜਾਂ ਜਿੱਥੇ ਜਾ ਰਹੇ ਹਾਂ ਸਹੀ ਹੈ। ਅਸੀਂ ਕਈ ਵਾਰ ਕੰਫਿਊਜ਼ ਹੋ ਜਾਂਦੇ, ਪਰ ਇਸ ਦੇ ਦੁਆਰਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਿਆ। ਉਹ ਪ੍ਰਭੂ ਦੀ ਸੰਗਤੀ ਕਰਦਾ ਸੀ ਔਰ ਯਰਮੀਆ ਦੀ ਸੰਗਤੀ ਕਰਦਾ ਸੀ, ਯਰਮੀਆ ਨਾਲ ਚੱਲਦਾ ਸੀ। ਬਹੁਤ ਕੁਝ ਹੈ ਸਿੱਖਣ ਨੂੰ। ਵਿਸ਼ਵਾਸਯੋਗ ਸੀ ਪਰਮੇਸ਼ਵਰ ਦੇ ਨਾਲ, ਬਹੁਤ ਵਿਸ਼ਵਾਸ ਸੀਗਾ ਉਹਨੂੰ ਪਰਮੇਸ਼ਰ ਦੇ ਵਿੱਚ। ਜੋ ਉਹਨੂੰ ਆਗਿਆਕਾਰੀ ਸੀ, ਜੋ ਉਹਨੂੰ ਕਿਹਾ ਜਾਂਦਾ ਸੀ ਉਹ ਕਰਦਾ ਸੀਗਾ। ਜੋ ਯਰਮੀਆ ਨੇ ਕਿਹਾ, ਜੋ ਪਰਮੇਸ਼ਰ ਨੇ ਕਿਹਾ, ਉਹ ਕਰਦਾ ਸੀ। ਡਰਦਾ ਨਹੀਂ ਸੀਗਾ। ਡਰ ਤੇ ਲੱਗਦਾ ਹੈ ਜਦੋਂ ਇੱਕ ਜਾ ਕੇ ਅਸੀਂ ਕਿਸੇ ਨੂੰ ਕਹਿ ਦਿੰਦੇ ਉਹ ਉੱਥੇ ਜਾ ਕੇ ਇਹ ਕੰਮ ਕਰਕੇ ਆ। ਹਾਲੇਲੂਇਆ। ਜਿੱਦਾਂ ਹੁਣ ਸੌਰੀ, ਮੈਂ ਇੱਕ ਚੀਜ਼ ਸ਼ੇਅਰ ਕਰਨ ਜਾ ਰਹੀ ਹਾਂ। ਸਿਮਰਨ ਦਾ ਮੈਨੂੰ ਕੱਲ ਸੈਚਰਡੇ ਪਰਸੋਂ ਫੋਨ ਆਇਆ ਕਿ ਇੱਕ ਲੜਕੀ ਬਹੁਤ ਬਿਮਾਰ ਹੈ, ਤੇ ਮੈਨੂੰ ਕਿਹਾ ਤੂੰ ਉੱਥੇ ਜਾ, ਉਹ ਕੰਮ ਕਰਕੇ ਆ। ਇਹਨੇ ਇਹ ਨਹੀਂ ਕਿਹਾ ਕਿ ਹਨੇਰਾ ਹੋ ਚੁੱਕਾ ਹੈ। ਮੈਂ ਕਿਹਾ ਉਹ ਨਵੇਂ ਸੀਗੇ, ਉਹਨਾਂ ਨੂੰ ਬਾਈਬਲ ਦੀ ਇੰਨੀ ਨੌਲੇਜ ਨਹੀਂ ਸੀਗੀ। ਮੈਂ ਕਿਹਾ ਉਹਨਾਂ ਨੂੰ, ਲੜਕੀ ਕਾਫੀ ਬਿਮਾਰ ਸੀ, ਮੈਂ ਕਿਹਾ ਆਹ ਵਾਲੇ ਜ਼ਬੂਰ, ਆਹ ਵਾਲੀਆਂ ਆਇਤਾਂ ਦੇ ਕੇ ਉਹ ਪੜਨ, ਜਿੰਨੀ ਦੇਰ ਤੱਕ ਠੀਕ ਨਹੀਂ ਹੁੰਦੀ। ਕਹਿਣਾ ਮਤਲਬ ਗਈ, ਸਕੂਟੀ ਉਠਾਈ, ਗਈ ਉੱਥੇ ਉੱਥੇ ਵਚਨ ਦੇ ਕੇ ਆਈ। ਵਚਨ ਦਾ ਗਿਆਨ, ਵਚਨ ਕਿ ਆਹ ਵਚਨ ਪੜੋਗੇ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਜੋ ਕਿਹਾ ਜਾਂਦਾ ਹੈ, ਜਾਂਦਾ ਹੈ, ਕਰਦਾ ਹੈ। ਉਹਨੂੰ ਵੀ ਕਿਹਾ ਗਿਆ, ਉਹ ਡਰਿਆ ਨਹੀਂ ਕਿ ਹਾਂ ਮੈਂ ਡਰ ਗਿਆ। ਐਗਜ਼ਾਮਪਲ ਜੋ ਬਾਕੀਆਂ ਨੂੰ ਕਵਾਂ ਕਿ ਕਿਸੇ ਲਈ ਦੁਆ ਕਰੋ, ਸਾਡੇ ਪਿੱਛੇ ਦੁਸ਼ਟ ਆਤਮਾ ਲੱਗ ਜਾਏਗੀ, ਅਸੀਂ ਇਹ ਕਰ ਲਾਂਗੇ, ਅਸੀਂ ਉਹ ਕਰ ਲਾਂਗੇ। ਡਰ, ਸਾਰੀਆਂ ਚੀਜ਼ਾਂ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦੀਆਂ ਪਈਆਂ। ਇੱਕ ਅੱਛੀ ਸੇਵਕਾਈ ਲਈ, ਇੱਕ ਅੱਛੀ ਮਿਨਿਸਟਰੀ ਲਈ, ਅੱਛੇ ਲੋਕਾਂ ਲਈ ਬਹੁਤ ਕੁਝ ਹੈ। ਹਾਲੇਲੂਇਆ। ਬੇਸ ਤਿਆਰ ਹੋ ਰਿਹਾ, ਫਿਰ ਅਸੀਂ ਪੜਾਂਗੇ। ਪਰਮੇਸ਼ਰ ਨੇ ਬਹੁਤ ਗੱਲਾਂ ਕੀਤੀਆਂ ਕਿਉਂਕਿ ਉਹ ਦੁਖੀ ਸੀ, ਹਾਏ ਕਰ ਰਿਹਾ ਸੀ, ਹਾਏ ਪ੍ਰਭੂ ਹਾਏ, ਕਿਉਂਕਿ ਯਰੂਸ਼ਲਮ ਦੇ ਵਿੱਚ ਕੀ ਸੀਗਾ? ਖਰਾਬ, ਬੁਰਾ ਹਾਲ ਸੀ। ਯਰਮੀਆ ਨੇ ਬਹੁਤ ਵਾਰ ਹਾਏ ਕੀਤੀ, ਹਾਏ ਮੇਰੇ ਲੋਕ ਮਰ ਰਹੇ, ਹਾਏ ਪ੍ਰਭੂ ਇਹ ਹੋ ਰਿਹਾ, ਹਾਏ। ਉਹ ਵੀ ਹਾਏ ਕਰ ਰਹੇ। 45 ਦੇ 5 ਆਇਤਾਂ ਹੀ ਉਹਦੇ ਲਈ, ਪਰ 5 ਆਇਤਾਂ ਹੀ ਸਾਨੂੰ ਬਹੁਤ ਕੁਝ ਸਿਖਾ ਜਾ ਰਹੀਆਂ ਉਹਦੀਆਂ। ਕਹਿੰਦੇ ਛੋਟਾ ਜਿਹਾ ਕਰੈਕਟਰ ਵੀ ਸਾਨੂੰ ਬਹੁਤ ਕੁਝ ਸਿਖਾ ਜਾਂਦਾ ਹੈ ਜੇ ਅਸੀਂ ਧਿਆਨ ਨਾਲ ਬਾਈਬਲ ਨੂੰ ਪੜ੍ਹਦੇ ਹਾਂ। ਮੈਂ ਜਦੋਂ ਇਹ ਪੜ੍ਹ ਲਿਆ ਨਾ ਪਰਸੋਂ ਫਰਾਈਡੇ ਨਾਈਟ, ਮੈਨੂੰ ਖੁਦ, ਮੈਂ ਫਿਰ ਉਸ ਤੋਂ ਬਾਅਦ ਮਨਨ ਸ਼ੁਰੂ ਕੀਤਾ। ਮੈਂ ਕਿਹਾ ਨਹੀਂ, ਹੁਣ ਇਹਦੇ ਬਾਰੇ ਸੋਚਣਾ ਹੈ। ਚਲਦੇ ਫਿਰਦੇ ਕੀ ਕੀ ਲਿਖਣਾ, ਕੀ ਕਰਨਾ, ਕੌਣ ਹੈ, ਕਿੱਦਾਂ ਦਾ ਕਰੈਕਟਰ ਸੀ, ਕੀ ਨਹੀਂ ਸੀ।
राती पे मैं लिख के सब कुछ करके बैठी कि सब तो पहले बारूक दा जो जिक्र है यिर्मयाह 32 अध्याय 12 आयत च मिलदा है। पढ़ांगे यिर्मयाह, सहज और सिमरन। थोड़े फुर्ती ना पढ़ना पैना तुहानू, क्यों? क्योंकि काफी कुछ ਇਹਦੇ ਬਾਰੇ ਡੀਪਲੀ है। ठीक है, पहली बार ਜਦੋਂ बारूक ਦਾ ਮਤ ਆਇਆ यिर्मयाह 32 अध्याय ਉਹਦੀ 12 ਆयत ਚ ਲਿਖਿਆ। ਕੀ ਲਿਖਦਾ ਸੀ? ਉਹ ਲਿਖਣ ਵਾਲਾ ਇੱਕ ਮੁੰਸ਼ੀ ਸੀ। पढ़ना। ਹਾਲੇਲੂਇਆ। ਤਾਂ ਮੈਂ हालेलुया। ਉਹ ਬੇਨਾਮੇ ਦੀ ਲਿਖ ਮਹੇਸ਼ੀਆ ਦੇ ਪੋਤੇ ਅਤੇ ਨੇਰੀਆ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮੇਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ, ਜਿਨ੍ਹਾਂ ਨੇ ਉਸ ਬੇਨਾਮੇ ਦੀ ਲਿਖਤ ਉੱਤੇ ਦਸਤਖਤ ਦਿੱਤੇ ਸਨ, ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜਾ ਕੈਦਖਾਨੇ ਦੇ ਵਿਹੜੇ ਵਿੱਚ ਬੈਠੇ ਸਨ, ਦਿੱਤੀ। ਹਾਲੇਲੂਇਆ। 13 आयत भी पढ़ दांगे। ਅਤੇ ਮੈਂ ਉਹਨਾਂ ਦੇ ਸਾਹਮਣੇ ਬਾਰੂਕ ਨੂੰ ਹੁਕਮ ਦਿੱਤਾ ਕਿ ਸੈਨਾ ਦਾ ਯਹੋਵਾ ਇਜ਼ਰਾਈਲ ਦਾ ਪਰਮੇਸ਼ਵਰ ਇਉਂ ਫਰਮਾਉਂਦਾ ਹੈ ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੇਨਾਮਾ ਅਤੇ ਇਹ ਖੁੱਲੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਕੇ ਉਹ ਬਹੁਤ ਦਿਨਾਂ ਤੀਕ ਰਹਿ ਸਕਣ। ਹਾਲੇਲੂਇਆ। ਹਾਲੇਲੂਇਆ। ਹੁਣ ਪਰਮੇਸ਼ਵਰ ਨੇ ਯਿਰਮੀਆ ਨੂੰ ਆਪਣੇ ਕਜ਼ਨ ਦਾ ਕੀ ਸੀ ਖੇਤ ਖਰੀਦਣ ਭੇਜਿਆ। ਇੱਕ ਭਵਿਸ਼ਯਵਾਣੀ ਹੋ ਰਹੀ ਹੈ ਕਿ ਉਸ ਯਰੂਸ਼ਲਮ ਜਦੋਂ ਉਜਾੜ ਹੋ ਰਿਹਾ ਸੀ, ਖੇਤ ਖਰੀਦੇ ਜਾਣਗੇ ਫਿਰ ਵੇਚੇ ਜਾਣਗੇ, ਮੋਲ ਲਏ ਜਾਣੇ। ਇੱਕ ਭਵਿਸ਼ਯਵਾਣੀ ਸੀ ਜਦੋਂ ਯਿਰਮੀਆ ਯਰੂਸ਼ਲਮ ਦੁਬਾਰਾ ਕੀ ਕਰਨਾ ਸੀ? ਬਣਾਇਆ ਜਾਣਾ ਸੀ। ਹੁਣ ਤੇ ਉਜਾੜ ਹੋਣ ਜਾ ਰਿਹਾ, ਬੇਬੀਲੋਨ ਦੀ ਬੰਦੂਆਈ ਚ ਜਾ ਰਿਹਾ। ਜੋ ਯਿਰਮੀਆ ਨੇ ਭਵਿਸ਼ਯਵਾਣੀ ਕੀਤੀਆਂ ਸੀਗਾ ਕਿ ਇਹਨੂੰ ਮੈਂ ਨਾਸ਼ ਕਰਾਂਗਾ, ਉਜਾੜ ਦਊਂਗਾ, ਰੋਪ ਦਊਂਗਾ। ਬਹੁਤ ਯਿਰਮੀਆ ਦੀ ਭਵਿਸ਼ਯਵਾਣੀ ਮਿਲਦੀ ਹੈ ਯਿਰਮੀਆ ਦੇ ਵਿੱਚ, ਹਨਾ, ਯਰੂਸ਼ਲਮ ਦੇ ਲਈ। ਹੁਣ ਇੱਥੇ ਲਿਖਿਆ ਨਾ ਕਿ ਉਹਨੇ ਕੀ ਦਸਤਾਵੇਜ਼ ਲਿਖੇ। ਲਿਖਣ ਵਾਲਾ ਇੱਕ ਮੁੰਸ਼ੀ ਸੀ, ਜੋ ਉਹਨੂੰ ਕਿਹਾ ਗਿਆ ਉਹਨੇ ਕੀਤਾ, ਆਗਿਆ ਦਿੱਤੀ, ਉਹਨੇ ਕਿਹਾ, ਉਹਨੇ ਕਿ ਉਸ ਤੋਂ ਬਾਅਦ ਉਹ ਯਿਰਮੀਆ ਦੇ ਨਾਲ ਹੀ ਹੋ ਗਿਆ। ਉਹਨੇ ਯਿਰਮੀਆ ਨੂੰ ਸਮਝ ਲਿਆ ਕਿ ਉਹਨੂੰ ਪਤਾ ਸੀ ਪਰਮੇਸ਼ਰ ਭਵਿਸ਼ਯਵਾਣੀ ਦੇ ਰਿਹਾ। और देख रहा सी यिर्मयाह कितना दुख सह रहा है। एक अच्छी जगह ते कह सकते हैं, हो सकता है ना, अच्छी जगह ते हो सकता है। फिर देखो 36 दे विच, पहले 36 नु पढ़ांगे। मंदिर में बारूक द्वारा किताब का पढ़ा जाना। फिर उन्हें पहले ये फिर उन्हें फिर भविष्यवाणी दी कि बोल, परमेश्वर दे आत्मा ने क्या उन्हें बुला, भविष्यवाणी लिख ते मंदिर च जाके बोले, क्योंकि वो मंदिर च जा नहीं सकता सी यिर्मयाह। यिर्मयाह ਨੂੰ ਆਗਿਆ ਨਹੀਂ ਸੀਗਾ ਮੰਦਿਰ 'ਚ, ਕਿਉਂਕਿ ਉਹ ਕਿੱਥੇ ਸੀਗਾ? ਬੰਦੂਆਈ ਦੇ ਵਿੱਚ ਸੀਗਾ। ਹੁਣ ਇਹ ਕਹਿ ਲਓ ਕਿ ਮੈਂ ਇਟਲੀ ਬੈਠੀ ਹਾਂ, ਇੰਡੀਆ 'ਚ ਤੁਸੀਂ ਵਰਕ ਕਰ ਰਹੇ ਹੋ, ਬ੍ਰਾਂਚਿਸ ਦਾ ਕੁਝ ਵੀ, ਮੀਟਿੰਗ ਦਾ, ਸਮਝ ਰਹੇ ਹੋ? ਇੱਕ ਰਿਲੇਸ਼ਨਸ਼ਿਪ ਨੂੰ ਵੀ ਸਮਝਣ ਜਾ ਰਹੇ ਹਾਂ ਅਸੀਂ, ਇੱਕ ਮਿਨਿਸਟਰੀ ਨੂੰ ਬਣਾਉਣਾ, ਬਹੁਤ ਕੁਝ ਹੈ ਇਹਦੇ ਵਿੱਚ, ਕਿੱਦਾਂ ਕਰਨਾ। ਹੁਣ ਯਿਰਮੀਆ ਨਹੀਂ ਜਾ ਸਕਦਾ ਸੀ ਕਿਉਂਕਿ ਉਹ ਬੰਦ ਸੀ। ਮੈਂ ਵੀ ਕਹਿ ਲਓ ਘਰ ਦੇ ਵਿੱਚ ਮੈਂ ਕਈ ਜਗ੍ਹਾ ਤੇ ਨਹੀਂ ਜਾ ਸਕਦੀ, ਹਨਾ। ਤੁਸੀਂ ਬਾਰੂਕ ਹੋ ਸਕਦੇ ਹੋ। ਫਿਰ ਪਰਮੇਸ਼ਰ ਨਾਲ ਗੱਲ ਕਹਿੰਦੇ, ਕੋਈ ਨਹੀਂ, ਮੈਂ ਤੇਰੇ ਕੰਮਾਂ ਨੂੰ ਦੇਖਦਾ ਪਿਆ। ਹਾਲੇਲੂਇਆ। ਇਹਨੂੰ ਅਸੀਂ ਪੜਾਂਗੇ 3 ਤੋਂ ਪੜ ਲਓ, 2 ਤੋਂ ਪੜੋ, 2 ਤੋਂ ਲੈ ਕੇ 8 ਤੱਕ ਪੜਨਾ, ਫਿਰ ਸਮਝ ਆ ਜਾਏਗਾ। ਪਾਸਟਰ ਜੀ 36 ਅਧਿਆਇ ਦਾ 36 ਅਧਿਆਇ ਦਾ। ਆਪਣੇ ਲਈ ਇੱਕ ਲਪੇਟਵੀਂ ਪੱਤਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਜ਼ਰਾਈਲ ਦੇ ਵਿਖੇ, ਯਹੂਦਾ ਦੇ ਵਿਖੇ ਅਤੇ ਸਾਰੀਆਂ ਕੌਮਾਂ ਦੇ ਵਿਖੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ, ਅਰਥਾਤ ਯੋਸ਼ੀਸ਼ਾ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖਿਆ, ਉਹਦੇ ਵਿੱਚ ਲਿਖ ਲੈ। ਕੀ ਜਾਣੀਏ ਕਿ ਯਹੂਦਾ ਦਾ ਘਰਾਣਾ ਉਸ ਸਾਰੀ ਬੁਰਾਈ ਨੂੰ ਜਿਹਦਾ ਮੈਂ ਉਹਨਾਂ ਉੱਤੇ ਲਿਆਉਣ ਦਾ ਮਤਾ ਕੀਤਾ ਹੈ ਸੁਣੇ, ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ, ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ ਕਰ ਦਿਆਂ। ਤਾਂ ਯਿਰਮੀਆ ਨੇ ਨੇਰੀਆ ਦੇ ਪੁੱਤਰ ਬਾਰੂਕ ਨੂੰ ਬੁਲਾਇਆ, ਅਤੇ ਬਾਰੂਕ ਨੇ ਯਿਰਮੀਆ ਦੇ ਮੂੰਹ ਤੋਂ ਯਹੋਵਾ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਸਨੂੰ ਬੋਲਿਆ, ਲਪੇਟਵੀਂ ਪੱਤਰੀ ਵਿੱਚ ਲਿਖ ਲਈਆਂ। ਯਿਰਮੀਆ ਨੇ ਬਾਰੂਕ ਨੂੰ ਹੁਕਮ ਦੇ ਕੇ ਆਖਿਆ, ਮੈਂ ਰੋਕਿਆ ਗਿਆ ਹਾਂ ਅਤੇ ਯਹੋਵਾ ਦੇ ਭਵਨ ਵਿੱਚ ਜਾ ਨਹੀਂ ਸਕਦਾ। ਇਸ ਲਈ ਤੂੰ ਜਾ ਅਤੇ ਯਹੋਵਾ ਦੀਆਂ ਉਹ ਗੱਲਾਂ ਜਿਹੜੀਆਂ ਤੇ ਮੇਰੇ ਮੂੰਹੋਂ
ਉਸ ਲਪੇਟੇ ਹੋਏ ਵਿੱਚ ਲਿਖੀਆਂ ਹਨ। ਯਹੋਵਾ ਦੇ ਭਵਨ ਵਿੱਚ ਵਰਤ ਵਾਲੇ ਦਿਨ ਪੜ੍ਹ ਕੇ ਪ੍ਰਜਾ ਦੇ ਕੰਨਾਂ ਵਿੱਚ ਸੁਣਾ, ਨਾਲੇ ਸਾਰੇ ਯਹੂਦਾ ਦੇ ਕੰਨਾਂ ਵਿੱਚ ਜਿਹੜੇ ਆਪਣੇ ਸ਼ਹਿਰਾਂ ਤੋਂ ਆਏ ਹੋਏ ਹਨ ਪੜ੍ਹ ਕੇ ਸੁਣਾ, ਕੀ ਜਾਣੀਏ ਕਿ ਉਹਨਾਂ ਦਾ ਤਰਲਾ ਯਹੋਵਾ ਅੱਗੇ ਆਵੇ ਅਤੇ ਉਹਨਾਂ ਵਿੱਚੋਂ ਹਰੇਕ ਆਪਣੇ ਬੁਰੇ ਰਾਹ ਤੋਂ ਫਿਰੇ, ਕਿਉਂ ਜੋ ਉਹ ਕ੍ਰੋਧ ਅਤੇ ਗੁੱਸਾ ਜਿਹਦੇ ਵਿਖੇ ਉਸ ਵਿੱਚ ਪ੍ਰਜਾ ਨਾਲ ਬੋਲਿਆ ਹੈ ਵੱਡਾ ਹੈ। ਤਾਂ ਨੇਰੀਆਂ ਦੇ ਪੁੱਤਰ ਬਾਰੂਕ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਰਮੀਆ ਨਬੀ ਨੇ ਉਹਨੂੰ ਹੁਕਮ ਦਿੱਤਾ ਸੀ, ਅਤੇ ਯਹੋਵਾ ਦੇ ਭਵਨ ਵਿੱਚ ਯਹੋਵਾ ਦੀਆਂ ਗੱਲਾਂ ਪੱਤਰੀ ਵਿੱਚੋਂ ਪੜ੍ਹੀਆਂ। ਹਾਲੇਲੂਇਆ। ਹਾਲੇਲੂਇਆ। ਹੁਣ ਸਮਝ ਆ ਰਿਹਾ ਹੈ ਕਿ ਉਹਨੇ ਕੀ ਸੀਗਾ ਲਿਖਿਆ ਨਾ, 5 मैं तो बंधा हुआ हूं, यहोवा के भवन में नहीं जा सकता, पर ਉਹਨੂੰ ਪਰਮੇਸ਼ਰ ਨੇ ਚੁਣਿਆ। ਕੀ ਕੀਤਾ? ਉਹਨੂੰ ਆਗਿਆ ਦਿੱਤੀ ਕਿ ਲਿਖ, ਜੋ ਇੱਕ ਭਵਿਸ਼ਯਵਾਣੀ ਸੀਗੀ ਯਰਮੀਆ ਦੇ ਯਰੂਸ਼ਲਮ ਦੇ ਮੰਦਿਰ ਦੇ ਵਿੱਚ ਪੜ੍ਹੀ ਜਾਣੀ ਸੀ, ਉਹਨੇ ਕੀਤਾ। ਇੱਥੇ ਮਿਲਦਾ ਆਗਿਆ ਦੀ, ਉਹਨੇ ਜੋ ਆਗਿਆ ਦਿੱਤੀ ਉਹਨੂੰ ਪੂਰਾ ਕੀਤਾ। ਇੱਥੇ ਬਹੁਤ ਕੁਝ ਚੀਜ਼ ਵਿੱਚ ਉਹ ਡਰਿਆ ਨਹੀਂ, ਘਬਰਾਇਆ ਨਹੀਂ, ਸਟਰੋਂਗ ਸੀਗਾ। ਮੈਂ ਕਿਉਂ ਜਾ ਕੇ ਤੇਰੇ ਹਿੱਸੇ ਦਾ ਕੰਮ ਕਰਾਂ? ਅਸੀਂ ਕਹਿ ਦਿੰਦੇ ਕਈ ਵਾਰ, ਮੈਂ ਕਿਉਂ ਕਵਾਂ, ਮੈਂ ਕਿਉਂ ਜਾ ਕੇ ਬੋਲਾਂ, ਮੈਨੂੰ ਥੋੜੀ ਕਿਹਾ, ਮੇਰੀ ਥੋੜੀ ਸਿਰਦਰਦੀ ਹੈ। ਪਰ ਉਹਨੇ ਕੀ ਕੀਤਾ? ਉਹਨੇ ਪਰਮੇਸ਼ਰ ਦਾ ਕਹਿਣਾ ਵੀ ਮੰਨਿਆ, ਉਹਨੂੰ ਜੋ ਯਰਮੀਆ ਨੇ ਕਿਹਾ ਉਹਨੇ ਉਹ ਵੀ ਕਹਿਣਾ ਮੰਨਿਆ। ਆਗਿਆਕਾਰੀ ਦਾ ਆਤਮਾ। ਅੱਜ ਮਿਨਿਸਟਰੀ ਦੇ ਵਿੱਚ ਲੋਕਾਂ ਦੇ ਵਿੱਚ ਆਗਿਆਕਾਰੀ ਦਾ ਆਤਮਾ ਬਿਲਕੁਲ ਨਹੀਂ ਹੈ। ਦੂਸਰੀ ਚੀਜ਼, ਉਹ ਸਟਰੋਂਗ ਸੀ, ਜਾ ਕੇ ਉਹਨੇ ਕੰਮ ਕੀਤਾ ਜੋ ਕਿਹਾ ਗਿਆ ਸੀ। ਹਾਲੇਲੂਇਆ। ਮੈਨੂੰ ਨਹੀਂ ਪਤਾ ਫਰਾਈਡੇ ਜਦੋਂ ਖੁਦਾ ਨੇ ਇਸ ਕਲਾਮ ਦੇ ਦੁਆਰਾ ਮੇਰੇ ਨਾਲ ਗੱਲ ਕੀਤੀ, ਔਰ ਸੈਚਰਡੇ ਉਹੀ ਚੀਜ਼ ਸਾਡੀ ਮਿਨਿਸਟਰੀ ਵਿੱਚ ਸਿਮਰਨ ਦੇ ਦੁਆਰਾ, ਸਿਮਰਨ ਗਈ ਕਰਕੇ ਆਈ, ਡਰੀ ਨਹੀਂ। ਬਹੁਤ ਫੋਨ ਆਏ ਇਹਨਾਂ ਦੇ, ਉਹ ਲੜਕੀ ਬਹੁਤ ਬਿਮਾਰ ਹੈ, ਬਹੁਤ ਬਿਮਾਰ ਹੈ ਪਾਸਟਰ ਜੀ, ਕੀ ਕਰੀਏ ਕੀ ਕਰੀਏ, ਏਦਾਂ ਹੋ ਗਿਆ, ਹਾਲਤ ਬੁਰੀ ਹੈ। ਮੈਂ ਕਿਹਾ ਕੋਈ ਗੱਲ ਨਹੀਂ। ਹਾਲੇਲੂਇਆ। ਇੱਕ ਜ਼ਿੰਦਗੀ ਬਚਾਉਣਾ ਬੜਾ ਮਾਇਨੇ ਰੱਖਦਾ ਹੈ। ਕੰਫਰਟੇਬਲ ਜ਼ੋਨ ਚੋਂ ਨਿਕਲਣਾ ਪੈਂਦਾ ਹੈ। ਰਾਤ ਨਹੀਂ ਦੇਖਣੀ ਪੈਂਦੀ, 8 ਵਜੇ ਹੈ, 7 ਵਜੇ ਹੈ, 9 ਵਜੇ। ਫਿਰ ਜੇ ਤੁਸੀਂ ਉੱਥੇ ਵਚਨ ਦੇ ਕੇ ਆਏ, ਕੁਝ ਵੀ ਕਰਕੇ ਪੁੱਛੋ ਠੀਕ ਹੈ, क्योंकि साड़ी जिम्मेवारी है। हालेलुया। लिखिया ना साथ, क्या जाने वे यहोवा से गिड़गिड़ाकर प्रार्थना करे, अपनी अपनी बुरी चाल से फिरे, क्योंकि जो क्रोध और जलाहट यहोवा ने अपनी प्रजा पर भड़काई है वह बड़ी है। मन फिराना, स्ट्रांगली डरना नहीं, गलत ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਰਨਾ। ਉਹਦੇ ਵਿੱਚ ਕਿਹੜਾ ਆਤਮਾ ਸੀ? ਆਤਮਾ ਵੀ ਜ਼ਰੂਰੀ ਹੈ ਨਾ, ਆਗਿਆਕਾਰੀ ਦਾ, ਵਫਾਦਾਰੀ ਦਾ, ਭਰੋਸੇ ਦਾ। ਹਾਲੇਲੂਇਆ। ਠੀਕ ਹੈ। ਉਸ ਤੋਂ ਬਾਅਦ ਕੀ ਸੀਗਾ? ਸਟਰੋਂਗ ਸੀਗਾ। ਬੁਰੇ ਸਮੇਂ ਦੇ ਵਿੱਚ ਵੀ ਸਟਰੋਂਗ ਰਿਹਾ। ਬੁਰਾ ਸਮਾਂ ਚੱਲ ਰਿਹਾ ਸੀ, ਫਿਰ ਵੀ ਚੱਲ ਰਿਹਾ ਸੀ, ਚੱਲ ਰਿਹਾ ਸੀ। ਉਹਨੂੰ ਕੋਈ ਵੀ ਮਾਰ ਸਕਦਾ ਸੀ, ਤੂੰ ਯਰਮੀਆ ਦਾ ਕੰਮ ਕਿਉਂ ਕਰ ਰਿਹਾ? ਕੋਈ ਵੀ ਕਰ ਸਕਦਾ ਸੀ, ਪਰ ਉਹ ਇੱਕ ਸਟਰੋਂਗ ਸੀ ਕਿ ਮੈਂ ਪਰਮੇਸ਼ਰ ਦੇ ਕੰਮ ਕਰਨੇ ਹੀ ਕਰਨੇ ਆ। ਸਾਡੀ ਡਿਸੀਜਨ ਪਾਵਰ ਬਹੁਤ ਸਟਰੋਂਗ ਹੋਣੀ ਚਾਹੀਦੀ। ਦਾਨੀਅਲ ਦੇ ਵਿੱਚ ਅਸੀਂ ਸਿੱਖਿਆ ਸੀ ਨਾ, ਦਾਨੀਅਲ ਨੇ ਡਿਸੀਜਨ ਲਿਆ ਕਿ ਮੈਂ ਇਹ ਨਹੀਂ ਖਾਊਂਗਾ, ਮੈਂ ਇਹਨਾਂ ਦਾ ਨਾ ਮदिरा ਪੀਊਂਗਾ, ਨਾ ਮੈਂ ਇਹਨਾਂ ਦਾ ਮਾंस ਖਾਊਂਗਾ। ਡਿਸੀਜਨ ਪਾਵਰ ਬਹੁਤ ਸਟਰੋਂਗ ਹੈ। ਮੁਸ਼ਕਿਲਾਂ ਬਹੁਤ ਆਉਂਦੀਆਂ, ਰੋਣਾ ਪੈਂਦਾ ਕਈ ਵਾਰ, ਦਰਵਾਜ਼ਾ ਬੰਦ ਕਰਕੇ, ਪ੍ਰਭੂ ਇਹ ਹੋ ਨਹੀਂ ਰਿਹਾ। ਪਰ ਪਰਮੇਸ਼ਰ ਫਿਰ ਸਾਡੀ ਡਿਸੀਜਨ ਦੇਖਦੇ, ਰੋਂਦੇ ਨਾ ਹੋਣ ਦੇ ਬਾਵਜੂਦ ਵੀ ਉੱਠ ਰਿਹਾ, ਚੱਲ ਰਿਹਾ, ਕੰਮ ਕਰ ਰਿਹਾ। ਡਿਸੀਜਨ ਪਾਵਰ ਸਟਰੋਂਗ ਹੈ। ਫਿਰ ਪਰਮੇਸ਼ਰ ਕੀ ਕਰਦੇ? ਸਾਡੇ ਸਤਾਨ ਵਾਲਿਆਂ ਦੇ ਅੱਗੇ ਮੇਜ ਵਿਛਾਦੇ। ਕਹਿੰਦੇ ਵਚਨ ਪੂਰਾ ਹੀ ਨਹੀਂ ਹੋ ਰਿਹਾ, ਮੈਂ ਤੇ ਰੋਜ਼ ਪੜਦਾ ਇਸ ਵਚਨ ਨੂੰ, ਮੈਂ ਤੇ ਰੋਜ਼ ਪਰਮੇਸ਼ਰ ਦੇ ਅੱਗੇ ਕਲੇਮ ਕਰਦਾ। ਪਰਮੇਸ਼ਰ ਕਹਿੰਦੇ ਇਸ ਵਚਨ ਦੇ ਉੱਤੇ ਤੂੰ ਚੱਲ ਕਿੰਨਾ ਰਿਹਾ ਹੈ? ਵਚਨ ਉਹਦੀ ਜ਼ਿੰਦਗੀ 'ਚ ਪੂਰਾ ਤਾਂ ਹੁੰਦਾ ਜਦੋਂ ਸਟਰੋਂਗਲੀ ਪਰਮੇਸ਼ਰ ਦੇ ਵਚਨ ਤੇ ਖੜਾ ਹੁੰਦਾ, ਚੱਲਦਾ ਹੈ, ਮਨਨ ਕਰਦਾ, ਫਿਰ ਉਹ ਵਚਨ ਸਾਡੀ ਜ਼ਿੰਦਗੀ 'ਚ ਪੂਰੇ ਹੁੰਦੇ ਆ। मैं तेरा बिछौना पलट दूंगा, हालेलुया। तू मरेगा नहीं, मेरी महिमा करेगा। पहले चलना पैंदा है। परमेश्वर कहते मैं तेरी जिंदगी ਨੂੰ ਬਦਲ ਦਊਂਗਾ। ਚੱਲਣਾ ਪੈਂਦਾ ਹੈ। ਉਹਨੂੰ ਜੋ ਕਿਹਾ ਗਿਆ, ਉਹਨੇ ਬੁੱਕ ਪੜ੍ਹੀ, ਜੋ ਵੀ ਸੀ, ਕੀ ਹਾਲਾਤ ਸੀ, ਕੀ ਸਿਚੁਏਸ਼ਨ ਸੀਗੀ, ਉਹਨੇ ਸਾਰੀ ਜਿੰਨੀਆਂ ਵੀ ਲਿਖਤ ਸੀਗੀਆਂ ਉਹ ਸਾਰੀਆਂ ਪੜ੍ਹੀਆਂ, ਜੋ ਭਵਿਸ਼ਯਵਾਣੀਆਂ ਦੀਆਂ ਗੱਲਾਂ ਸੀਗੀਆਂ। ਠੀਕ ਹੈ।
उन्हें दोबारा फिर गया, वो 32 आयती है यदि मैं पढ़ दी। तब यिर्मयाह ने दूसरी किताब लेकर नेनिय्याह के पुत्र बारूक लेखक को दी। लेखक बन गया सी यिर्मयाह दा। यिर्मयाह अपनी बुक पूरी नहीं कर पाया है, ओदी ए बुक बारूक ने नाल दे के साथ दे के पूरी की है, बारूक दे द्वारा लिखी गई है। हालेलुया। जो किताब यहूदा के राजा यहोयाकीम ने आग में जला दी थी, मैं उसमें के सब वचनों को बारूक ने यिर्मयाह के मुख से सुन सुनकर उसमें लिखा। हालेलुया। फिर दोबारा किताब लिखी गई जो पहले एक राजे ने जला दी सी। पेशेंस इथे भी नजर आ रही है, पेशेंस साढ़े च पेशेंस है। पेशेंस मतलब सहनशीलता हैगी है। जला दी थी फिर दोबारा किन्नी बुक यिर्मयाह दी बुक यिर्मयाह ने भी लिखी और उन्हें भी लिखी है। हालेलुया। सुन सुनकर उसमें लिख दिया, उन वचनों में उसके समान और भी बहुत सी बातें बढ़ा दी कि की होएगा। हालेलुया। ये वफादारी है। हालेलुया। फिर उस तो बाद ਅਸੀਂ 45 ਤੇ ਆਨੇ ਹਾਂ। पहले उस इंसान का करैक्टर कहना कित्थों चुक लिया है बारूक। बारूक बारे प्रॉपरली दसना चाहिए कि उन्हें किन्ना काम किया है। एक नहीं 2-3 बार उन्हें परमेश्वर दे एक दास दी मदद की थी, हेल्प की थी, क्योंकि जेल दे विच है, वो बंद है, पर ओदी वफादारी जो बड़ा परेशान सीगा। हालेलुया। 45 पहली एच भी यही पहली तो लेके सिमरन सॉरी सहज 3 तक पढ़ देना, सहज पढ़ना 3 तक पढ़ देना। हाँ जी पास्टर जी। ਉਹ ਬਚਨ ਜਿਹੜਾ ਜਰਮੀਆ ਨਬੀ ਨਿਰਯਾਹ ਦੇ ਪੁੱਤਰ ਬਰੂਕ ਨੂੰ ਬੋਲਿਆ, ਜਦ ਉਸਨੇ ਇਹਨਾਂ ਗੱਲਾਂ ਨੂੰ ਜਰਮੀਆ ਦੇ ਮੂੰਹੋਂ ਪੋਥੀ ਵਿੱਚ ਯਹੂਦਾ ਦੇ ਪਾਤਸ਼ਾਹ ਜੋਸ਼ੀਆਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਵਰੇ ਲਿਖਿਆ ਕਿ ਯਹੋਵਾ ਇਸਰਾਇਲ ਦਾ ਪਰਮੇਸ਼ਵਰ ਤੇਰੇ ਵਿਖੇ ਹੇ ਬਾਰੂਕ ਇਉਂ ਆਖਦਾ ਹੈ, ਤੈਂ ਆਖਿਆ ਹੈ ਕਿ ਹਾਏ ਮੇਰੇ ਉੱਤੇ, ਕਿਉਂ ਜੋ ਯਹੋਵਾ ਨੇ ਮੇਰੇ ਦੁੱਖ ਦਾ ਝੋਰਾ ਵਧਾ ਦਿੱਤਾ ਹੈ। ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਆਰਾਮ नहीं ਲੱਭਾ। हालेलुया। हालेलुया। 3 तक समझ आया कि उन्हें जो किताब लिखी बारूक यिर्मयाह भविष्यवक्ता से भविष्यवाणी के वचन सुनकर किताब में लिख चुका था। हुन इत्थे की आई है, परमेश्वर दा आंसर आया। आंसर परमेश्वर ने उन्होंने यिर्मयाह दे द्वारा एक तसल्ली दी, यिर्मयाह दे द्वारा एक प्रॉमिस दिता, यिर्मयाह दे द्वारा उन्हें गलबात की थी। हालेलुया। तब उसने उससे ये वचन कहा, इज़राइल का परमेश्वर यहोवा तुझसे यूं कहता है, तुझसे यूं कहता है। हालेलुया। कि तुहाडे नाल ये गल किसी दास के द्वारा की जा रही है। हालेलुया। हे बारूक तूने कहा हाय 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 मुझ पर, क्योंकि जो परेशानी आती प्रॉब्लम्स आती सब तो पहले कहते हाय हाय हाय, मैं की करा, मैं परेशान हाँ, मैं निराशा दे विच आ, मेरे सिचुएशन मेरे हालात बदल नहीं रहे। हाय हाय बड़ा बड़े इजी है ना, हाय ना कभी भी क्या करो। ਹਾਲੇਲੂਇਆ। ਹਾਏ ਨਾ ਕਿਹਾ ਕਰੋ। ਜਦੋਂ ਮੈਂ ਹਾਏ ਕਰਨੀ ਸਮਝਿਆ ਸੀ ਨਾ ਯਿਰਮੀਆ ਦੇ ਵਿੱਚ, ਮੈਨੂੰ ਉਸ ਤੋਂ ਬਾਅਦ ਮੈਂ ਹਾਏ ਕਰਨੀ ਬੰਦ ਕਰਤੀ ਸੀ 2014 ਦੇ ਵਿੱਚ। ਮੈਂ 2014 ਦੇ ਵਿੱਚ ਯਿਰਮੀਆ ਦੀ ਬੁੱਕ ਪੜ੍ਹ ਰਹੀ ਸੀ, 15 ਜਾਂ 14 ਦੇ ਵਿੱਚ ਮੈਂ ਚੱਲ ਰਹੀ ਸੀ ਮੇਰੀ ਬੁੱਕ। ਉਸ ਤੋਂ ਬਾਅਦ ਮੈਂ ਹਾਏ ਨਹੀਂ ਕੀਤੀ ਸੀ। ਮੈਂ ਯਿਰਮੀਆ ਦੀ ਬੁੱਕ ਚੋਂ ਬਹੁਤ ਕੁਝ ਸਿੱਖਿਆ। ਅਸੀਂ ਕਹਿੰਦੇ ਨਾ ਪਰਮੇਸ਼ਰ ਨੇ ਗੱਲਬਾਤ, ਮੈਨੂੰ ਪਰਮੇਸ਼ਰ ਦੀ ਆਤਮਾ ਨੇ ਸਿਖਾਇਆ ਇਹ ਨਹੀਂ ਕਹਿਣਾ ਪਰਮੇਸ਼ਰ ਦਾ ਉੱਤਰ ਆਇਆ, परमेश्वर का वचन आया, वचन की रिस्पेक्ट नहीं करे, परमेश्वर ने वचन के द्वारा गलबात की, परमेश्वर का उत्तर आया। उदों मैं इस चीज को सीखा सी, मैं उस तो बाद कहना बंद कर परमेश्वर का वचन आया मैनू, नहीं परमेश्वर का आंसर आया, परमेश्वर ने अपने वचन के द्वारा गलबात की। ये यिर्मयाह की बुक च लिखा होया कि मैं इन्नी रिस्पेक्ट इन्नियां चीजां यिर्मयाह की बुक चों सीखी है। ਅਸੀਂ ਬੜਾ ਕਹਿੰਦੇ वचन आया मैनू, वचन आया मैनू, केड़ा तुसी वचन ਦੀ ਰਿਸਪੈਕਟ नहीं, परमेश्वर ਦਾ वचन आया। परमेश्वर ने अपने वचन के द्वारा गलबात की, परमेश्वर ने मैनू आंसर, हुण मैं कहंदी मैनू इनू आंसर आया, परमेश्वर ने इस वचन के द्वारा मेरे नाल गलबात की, रिस्पेक्ट। मैं यिर्मयाह दी बुक में और यिर्मयाह दी बुक च बहुत कुछ सीखिया
या थर्ड या फोर्थ टाइम मेरी दोबारा यिर्मयाह दी बुक चल रही है। बार बार जो पढ़ोगे तो हर बार एक नवा प्रकाशन मिलता है। परमेश्वर ने यिर्मयाह च में सिखाया सी, तेरे घर दे तेरे वाल मुड़ूगे, तू ना मुड़ी, जो जेड़े तेनू छड़ चुके हो मुड़ूगे तो उस तरीके नाल नहीं मुड़ना। यिर्मयाह नू भी बहुत जने छोड़ता सी, फिर जो यिर्मयाह उच्चा किया गया मुड़े, पर कहंदे सी तू ना मुड़ी, तू मेरे नाल ही जुड़ा नहीं, मैनू ही प्रथम स्थान देई। हालेलुया। यिर्मयाह दी बुक दे विच है सारियां चीजां। हाय हाय केड़ा हाय हाय, ਜਦੋਂ ਅਸੀਂ ਦੁੱਖ ਤਕਲੀਫ ਦੇਖਦੇ, ਜਦੋਂ ਅਸੀਂ ਪ੍ਰੋਬਲਮਸ ਦੇਖਦੇ, ਹਾਏ ਉਹ ਸ਼ਾਇਦ ਉਹ ਕਹਿੰਦਾ ਹੋਗਾ, ਬਾਰੂ ਕਹਿੰਦਾ ਹਾਏ ਮੈਂ ਪੈਦਾ ਹੀ ਕਿਉਂ ਹੋਇਆ। ਜਦੋਂ ਦੁੱਖ ਤਕਲੀਫ ਆਉਂਦੀ, ਨਿਰਾਸ਼ਾ ਹੁੰਦੀ, ਆਯੂਬ ਨੇ ਵੀ ਕਿਹਾ, ਯਿਰਮੀਆ ਨੇ ਵੀ ਕਿਹਾ, ਹਾਏ ਮੈਂ ਪੈਦਾ ਹੀ ਕਿਉਂ ਹੋਇਆ, ਇਸ ਤੋਂ ਅੱਛਾ ਮੈਂ ਮਰ ਹੀ ਜਾਂਦਾ, ਮੈਂ ਦੁੱਖ ਦੇਖਣ ਲਈ ਪੈਦਾ ਹੋਇਆ। ਕਿਹੜਾ ਇਨਸਾਨ ਹੈ ਜਿਹਨੇ ਚੀਜ਼ ਨਹੀਂ ਕੀਤੀ? ਕੋਈ ਵੀ ਨਹੀਂ, ਸਭ ਕਰਦੇ ਹੈ। ਮੈਂ ਪੈਦਾ ਹੀ ਕਿਉਂ ਹੋਇਆ, ਇਸ ਤੋਂ ਅੱਛਾ ਮੈਂ ਮਰ ਹੀ ਜਾਂਦਾ। ਉਹ ਵੀ ਹਾਏ ਹਾਏ ਕਰ, ਕਿਉਂਕਿ ਨਿਰਾਸ਼ ਸੀ, ਪ੍ਰੋਬਲਮਸ ਦੇਖ ਰਿਹਾ ਸੀ, ਆਪਣੇ ਲੋਕਾਂ ਲਈ ਵੀ ਪ੍ਰੋਬਲਮਸ ਦੇਖ ਰਿਹਾ ਸੀ ਜੋ यरूशलेम ਦੇ ਵਿੱਚ ਹੋ ਰਹੀ ਸੀ, है ना। हाय मुझ पर, क्योंकि यहोवा ने मुझे दुख पर दुख दिया है। परमेश्वर पहले दुख दिंदे है, फिर परमेश्वर प्रतिज्ञा दिंदे है। पहले दुख दिंदे, फिर परमेश्वर प्रॉमिस करदे कि मैं तेरे नाल ऐदां करांगा। पहले अग दी भट्टी च पका के चुनदे है, वफादार है, ਅਸੀਂ ਪਰਮੇਸ਼ਰ ਨਾਲ ਵਫਾਦਾਰ ਹੈ, ਉਹ ਵਫਾਦਾਰ ਰਿਹਾ ਇੰਨੀ ਦੁੱਖ ਤਕਲੀਫ ਦੇ ਵਿੱਚ ਵੀ। ਬੇਬੀਲੋਨ ਵਾਲਿਆਂ ਦਾ ਬਹੁਤ, ਤੁਹਾਨੂੰ ਪਤਾ, ਬਹੁਤ ਜ਼ਿਆਦਾ ਉੱਥੇ ਸੀਗਾ, ਖਾਣਾ ਨਹੀਂ ਸੀਗਾ, ਬੰਦੁਆਈ ਚ, ਇਹ ਵੀ ਬੰਦੁਆਈ ਚ ਗਿਆ। ਕਹਿੰਦਾ ਦੁੱਖ, ਯਿਰਮੀਆ ਵੀ ਕਹਿੰਦਾ, ਕਿਉਂਕਿ ਉਹ ਯਿਰਮੀਆ ਨਾਲ ਚੱਲ ਰਿਹਾ ਸੀ, ਯਿਰਮੀਆ ਨੂੰ ਵੀ ਦੁੱਖ ਮਿਲ ਰਿਹਾ ਸੀ, ਉਹਨੂੰ ਯਿਰਮੀਆ ਨਾਲ ਚੱਲਣ ਕਰਕੇ ਉਹਨੂੰ ਵੀ ਦੁੱਖ ਮਿਲ ਰਿਹਾ ਸੀਗਾ। ਹਾਲੇਲੂਇਆ। ਹੁਣ ਜਦੋਂ ਅਸੀਂ ਕਿਸੇ ਏਲੀਹਾ ਦੀ ਗੱਲ ਕਰੀਏ, ਅਲੀਸ਼ਾ ਈਜ਼ੀ ਸੀਗਾ? ਜੋ ਅਲੀਸ਼ਾ ਨੂੰ ਭੁਗਤਣਾ ਪੈਂਦਾ ਸੀ, ਉਹ ਏਲੀਹਾ ਨੂੰ ਭੁਗਤਣਾ ਪੈਂਦਾ ਸੀ, ਉਹ ਅਲੀਸ਼ਾ ਨੂੰ ਵੀ ਭੁਗਤਣਾ ਪੈਂਦਾ ਸੀ। ਉਹ ਇੱਕ ਨਬੀ ਦਾ ਪਿੱਛਾ ਕਰ ਰਿਹਾ ਸੀਗਾ, ਇਹ ਵੀ ਇੱਕ ਨਬੀ ਨਾਲ ਚੱਲ ਰਿਹਾ ਸੀਗਾ। ਅਗਰ ਨਬੀ ਦੀ ਜ਼ਿੰਦਗੀ 'ਚ ਪ੍ਰੋਬਲਮ ਹੈ ਤੇ ਨੈਚੁਰਲੀ ਦੂਸਰੇ ਦੀ ਜ਼ਿੰਦਗੀ 'ਚ ਪ੍ਰੋਬਲਮ ਹੋਈ। ਕਹਿੰਦਾ ਦੁੱਖ ਪਰ ਦੁੱਖ दिया, मैं करहाते करहाते थक गया और मुझे कुछ चैन नहीं मिला। कोई चैन नहीं, परेशानी ही परेशानी, ਕੋਈ ਚੈਨ ਨਹੀਂ ਹੈ। ਜਦੋਂ ਅਸੀਂ ਪਰਮੇਸ਼ਰ 'ਚ ਵੱਧ ਰਹੇ ਹੁੰਦੇ, ਸਾਨੂੰ ਕਿੱਥੋਂ ਵੀ ਚੈਨ ਨਹੀਂ ਮਿਲਦਾ, ਕਿੱਥੋਂ ਵੀ ਆਰਾਮ ਨਹੀਂ ਮਿਲਦਾ, ਪ੍ਰੋਬਲਮਸ ਹੀ ਪ੍ਰੋਬਲਮਸ ਮਿਲਦੀਆਂ। ਪਰ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਮਤੀ ਦੇ ਵਿੱਚ ਕੀ ਕਿਹਾ? हे भोर से दबे लोगो मेरे पास आओ, मैं तुम्हें विश्राम दूंगा। हालेलुया। ਇਹ ਵਾਅਦਾ ਹੈ ਪਰਮੇਸ਼ਰ ਦਾ। ਪਰਮੇਸ਼ਰ ਬਣਾਉਣਾ ਵੀ ਜਾਣਦੇ ਆ। ਦੇਖੋ ਯਾਦ ਰੱਖਣਾ, ਜਦੋਂ ਅਸੀਂ ਵਚਨ ਦੇ ਵਿੱਚ ਪ੍ਰੋਪਰਲੀ ਖੜੇ ਹੁੰਦੇ, ਸਾਡੀ ਜ਼ਿੰਦਗੀ 'ਚ ਬਹੁਤ ਕਲੇਸ਼ ਆਉਂਦਾ ਹੈ। ਜਦੋਂ ਸਾਡਾ ਲੈਵਲ ਚੇਂਜ ਹੋਣਾ ਹੋ ਰਿਹਾ ਹੁੰਦਾ, ਤਾਂ ਵੀ ਸਾਡੀ ਜ਼ਿੰਦਗੀ 'ਚ ਬਹੁਤ ਕਲੇਸ਼ ਆਉਂਦਾ। ਉਦੋਂ ਸਾਡੇ ਮੂੰਹ 'ਚ ਨਿਕਲਦਾ, ਇਸ ਤੋਂ ਚੰਗਾ ਪੈਦਾ ਹੀ ਕਿਉਂ ਹੋਏ। ਮੈਂ ਤਾਂ ਬਹੁਤ ਬਾਰ ਕਹਿੰਦੀ ਸੀ, ਮੈਂ ਆਪਣੀ ਸੌਲਟਾਂ ਤੇ ਸਾਰੀਆਂ ਆਪਣੀਆਂ ਚੀਜ਼ਾਂ ਮੰਨਦੀ, ਮੈਂ ਸੀਗੀ ਏਦਾਂ ਦੀ। ਮੈਂ ਕਿਸੇ ਕੋਈ ਮੈਂ ਪੈਦਾ ਹੀ ਕਿਉਂ ਹੋ ਗਈ? ਦੁੱਖ ਭੋਗਣ ਲਈ ਪੈਦਾ ਕੀਤਾ ਰੱਬ। ਕਿਉਂਕਿ ਇੱਕ ਪ੍ਰੋਬਲਮ, ਕਿਉਂਕਿ ਜਿਹੜੇ ਪਰਮੇਸ਼ਰ ਦੇ ਚੁਣੇ ਹੁੰਦੇ ਨਾ, ਯਾਦ ਰੱਖਣਾ, ਉਹਨਾਂ ਦੀ ਜ਼ਿੰਦਗੀ 'ਚ ਪ੍ਰੋਬਲਮਸ ਰਹਿੰਦੀਆਂ ਹੀ ਰਹਿੰਦੀਆਂ, ਕਿਉਂਕਿ ਉਹਨਾਂ ਦੇ ਇੱਕ ਲਾਈਟ ਸ਼ਾਈਨ ਕਰ ਰਹੀ ਹੁੰਦੀ, ਲਾਈਟ ਚਮਕ ਰਹੀ ਹੁੰਦੀ। ਸ਼ੈਤਾਨ ਉਹਨਾਂ ਨੂੰ ਮਾਰਨਾ ਚਾਹੁੰਦਾ, ਕਿਸੇ ਨਾ ਕਿਸੇ ਤਰੀਕੇ ਦੀ, ਕਿਸੇ ਨਾ ਕਿਸੇ ਪਾਸੋਂ ਹਮੇਸ਼ਾ ਦੁੱਖ ਲੈ ਕੇ ਆ ਜਾਏਗਾ। ਤੁਹਾਡੀ ਜ਼ਿੰਦਗੀ 'ਚ ਕਾਂਟਾ ਰਹੇਗਾ ਹੀ ਰਹੇਗਾ, ਔਰ ਮਤਲਬ ਸੋਚਦਾ ਰਹੇਗਾ ਇਹਨੂੰ ਕਿੱਦਾਂ ਕਰਾਂ, ਪਰੇਸ਼ਾਨ ਹੀ ਪਰੇਸ਼ਾਨ, ਔਰ ਅਸੀਂ ਹਾਏ ਹਾਏ ਕਰਦੇ ਰਹਿ ਜਾਂਦੇ ਹਾਂ। ਫਿਰ ਪਰਮੇਸ਼ਰ ਇੱਕ ਦਿਨ ਸਾਨੂੰ ਦੁੱਖ ਤਕਲੀਫਾਂ ਤੋਂ ਨਿਕਾਲ ਕੇ ਸਾਡੇ ਲਈ ਇੱਕ ਚੌੜਾ ਸਥਾਨ ਰੱਖ ਦਿੰਦੇ, ਆਨੰਦ ਔਰ ਹਰਸ਼ ਫਿਰ ਸਾਡਾ ਹਿੱਸਾ ਬਣ ਜਾਂਦਾ ਹੈ। ਅਸੀਂ ਕਹਿੰਦੇ ਫਿਰ ਉਸ ਤੋਂ ਬਾਅਦ ਇਹ ਹੁੰਦਾ, ਅੱਛਾ ਦੁੱਖ ਆ ਗਿਆ, ਕੋਈ ਗੱਲ ਨਹੀਂ, ਜਿੱਥੇ ਇਹ ਨਿਕਲਿਆ ਆ ਵੀ ਨਿਕਲ ਜਾਊਗਾ, ਜਿੱਥੇ ਬਾਕੀ ਨਿਕਲ ਗਏ ਫਿਰ ਸਾਨੂੰ ਈਜ਼ੀ ਲੱਗਦਾ, ਕਿਉਂਕਿ ਅਸੀਂ ਇੰਨੇ ਸਟਰੋਂਗ ਹੁੰਦੇ। ਹੁਣ ਇੱਕ ਐਗਜ਼ਾਮਪਲ ਦੇਵਾਂ, ਇੱਕ ਨੂੰ ਰੋਜ਼ ਡੰਡੇ ਮਾਰੋ, ਉਹ ਜਗ੍ਹਾ ਸੁੰਨ ਹੋ ਜਾਂਦੀ, ਉੱਥੇ ਡੰਡੇ ਵੱਜਣੇ ਬੰਦ ਹੋ ਜਾਂਦੇ। ਮੇਰੀ ਵਰਗੇ ਨੂੰ ਪੈ ਕੇ ਉਹਨੂੰ ਕੋਈ ਪ੍ਰੋਬਲਮ ਦਾ ਕੋਈ ਫਰਕ ਹੀ ਨਹੀਂ ਪੈਂਦਾ। ਅੱਛਾ ਪ੍ਰੋਬਲਮ ਆ ਗਈ, ਕੋਈ ਗੱਲ ਨਹੀਂ, ਕਿਉਂਕਿ ਅਸੀਂ ਹੈਬਿਟਸ ਦੇ ਵਿੱਚ ਆ ਗਏ। ਪਰਮੇਸ਼ਰ ਸਾਨੂੰ ਇੰਨਾ ਸਟਰੋਂਗ ਕਰ ਦਿੰਦੇ ਆ, ਕਿਉਂਕਿ ਉਹ ਜਗ੍ਹਾ ਕੀ ਹੁੰਦੀ, ਸਟਰੋਂਗ ਹੋ ਜਾਂਦੀ ਹੈ। ਤੇ ਪਰਮੇਸ਼ਰ ਵੀ ਸਾਡੀ ਤਾੜਨਾ ਕਰ ਕਰਕੇ ਸਾਨੂੰ ਇੰਨਾ ਸਟਰੋਂਗ ਕਰ ਦਿੰਦੇ। ਜਦੋਂ ਸ਼ੈਤਾਨ ਆਂਦਾ, ਅੱਛਾ ਤੂੰ ਫੇਰ ਆ ਗਿਆ, ਕੋਈ ਗੱਲ ਨਹੀਂ, ਅੱਜ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰ ਰਿਹਾ। ਸਟਰੋਂਗ ਹੋ ਗਏ, ਕਿਹਨੇ ਕੀਤਾ? ਪਰਮੇਸ਼ਰ ਦੇ ਵਚਨ ਨੇ। ਹਾਲੇਲੂਇਆ। ਇਸ ਲਈ ਸਾਨੂੰ ਪਰਮੇਸ਼ਰ ਦੇ ਨਾਲ ਵਫਾਦਾਰ, ਭਰੋਸਾ, ਵਿਸ਼ਵਾਸ, ਆਗਿਆਕਾਰੀ, ਸਟਰੋਂਗ, निस्वार्थ चलना है। और परमेश्वर ना
ਨੀ ਸਵਾਰ ਚੱਲ ਯਰਮੀਆ ਨਾਲ ਵੀ ਨੀ ਸਵਾਰ ਦੋਨੋਂ अगर कहिए दोनों 18 साल इकट्ठे चले हैं फिर वो अलग अलग हो गए वो चला गया बेबीलोन वो यरमिया बेबीलोन तो दोबारा वापस आ गया यरूशलेम दे विच 18 साल ਦਾ ਇਕੱਠਾ ਚੱਲਣਾ 18 ਸਾਲ ਉਹਨਾਂ ਨੇ ਦੁੱਖ ਪ੍ਰੋਬਲਮਸ ਇਕੱਠੀਆਂ ਸ਼ੇਅਰ ਕੀਤੀਆਂ 18 ਸਾਲ ਇਕੱਠੇ ਨਹੀਂ ਹੁੰਦੇ ਫਿਰ ਉਹਨੂੰ ਪ੍ਰਤਿਗਿਆ ਮਿਲੀ ਹਾਲੇਲੂਇਆ कहना मतलब है कि परमेश्वर अपने बच्चों ना छोड़ दे ना त्याग दे कहते मैं जगत के अंत तक तेरे साथ हूं ना मैं तुझे छोड़ूंगा ना मैं तुझे त्यागूंगा बस तू स्ट्रॉन्ग बनिया रहे और निस्वार भक्ति पहला थिमुथियुस 6 अध्याय ਉਹਦੀ 6 आयत ਨੂੰ ਪੜਾਂਗੇ पहला थिमुथियुस 6 अध्याय ਉਹਦੀ 6 आयत ਨੂੰ ਪੜਾਂਗੇ ਹਾਲੇਲੂਇਆ। ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ। ਹਾਲੇਲੂਇਆ। ਹਾਲੇਲੂਇਆ मतलब ਨਿਸਵਾਰ ਕੀ ਹੋਈ ਅਸੀਂ ਇਸ ਵਚਨ ਨੂੰ ਸਿੱਖ ਚੁੱਕੇ ਹੋਏ ਨਾ ਇਬਰਾਨੀਆਂ 13 ਅਧਿਆਇ ਦੀ 5 ਦੇ ਵਿੱਚ ਸਿੱਖਿਆ ਨਾ ਨਿਸੰਤੋਸ਼ ਕੀ ਹੋਈ ਭਗਤੀ ਬੜਾ ਫਲ ਲੈ ਕੇ ਆਂਦੀ ਕਿਉਂਕਿ ਸ਼ੈਤਾਨ ਜਦੋਂ ਅਸੀਂ ਭਗਤੀ ਕਰ ਰਹੇ ਹਾਂ ਜਾਂ ਪ੍ਰੇ ਕਰ ਰਹੇ ਹਾਂ ਕੁਝ ਵੀ ਕਰ ਰਹੇ ਹਾਂ ਜਦੋਂ ਅਸੀਂ ਲਾਲਚ ਨਾਲ ਕਹਿ ਲੋ ਕਿ ਇੱਛਾ ਰੱਖ ਕੇ ਭਗਤੀ ਕਰਦੇ ਹਾਂ ਤੇ ਉਹ ਕੀ ਹੈ ਹਮੇਸ਼ਾ ਸ਼ੈਤਾਨ ਉਸ ਚੀਜ਼ ਨੂੰ ਲਿਆਂਦਾ ਦੇਖਿਆ ਤੈਨੂੰ ਮਿਲਿਆ ਤੇ ਹੈ ਨਹੀਂ ਤੂੰ ਇੰਨੀ ਭਗਤੀ ਕਰ ਰਿਹਾ ਤੇਰੀ ਲਾਈਫ ਤੇ ਚੇਂਜ ਨਹੀਂ ਹੋਈ ਚਾਹੇ ਹੁਣ ਤੁਸੀਂ ਉਹਨੂੰ ਬੀਜ਼ੇ ਲਈ ਲੈ ਲਓ ਮੈਂ ਬੀਜ਼ੇ ਦੀ ਐਗਜ਼ਾਮਪਲ ਦੇ ਦਾਂ ਜਾਂ ਚੰਗਾਈ ਦੀ ਐਗਜ਼ਾਮਪਲ ਦੇ ਦਾਂ ਕੁਝ ਵੀ ਦੇ ਦਾਂ ਲਿਖਿਆ ਨਾ ਪਰ ਸੰਤੋष ਸਹਿਤ ਭਗਤੀ ਬੜੀ ਕਮਾਈ ਹੈ ਕਮਾਈ ਅਸੀਂ ਕਮਾ ਕੀ ਰਹੇ ਹਾਂ ਸਾਡਾ ਕਰਮ ਕਿੱਦਾਂ ਦਾ ਨੀ ਸੰਤੋਸ਼ ਕੀ ਹੀ ਕਿੱਦਾਂ ਦੀ ਭਗਤੀ ਹੈ ਤੁਹਾਡੀ ਤੁਸੀਂ ਅੱਜ ਪਰਮੇਸ਼ਰ ਕੋ ਕੀ ਲੈਣ ਆਏ ਹੋ ਮੈਂ ਹਮੇਸ਼ਾ ਇਸ ਆਲਟਰ ਤੇ ਕਹਿੰਦੀ ਆ ਮੈਂ ਚਰਚ ਵਿੱਚ ਮੈਂ ਸਿਰਫ ਪ੍ਰਭੂ ਨੂੰ ਲੈਣਾ ਚਾਹੁੰਦੀ ਆ ਔਰ ਮੈਂ ਪ੍ਰਭੂ ਨੂੰ ਹੀ ਲੈਣ ਚਾਹੁੰਦੀ ਇਸ ਮੀਟਿੰਗ 'ਚ ਵੀ ਪ੍ਰਭੂ ਨੂੰ ਹੀ ਮੇਰੇ ਲਈ ਮੇਰੀ ਜ਼ਿੰਦਗੀ 'ਚ ਪਹਿਲਾ ਸਥਾਨ ਮੇਰੇ ਬੱਚੇ ਨੂੰ ਮੇਰੇ ਹਸਬੰਡ ਨੂੰ ਪਤਾ ਹੈ ਪਹਿਲਾ ਸਥਾਨ ਪ੍ਰਭੂ ਦਾ ਹੈ ਹਰ ਇੱਕ ਚੀਜ਼ ਪਿੱਛੇ ਹੈ ਹਰ ਇੱਕ ਚੀਜ਼ ਪਿੱਛੇ ਹੈ ਮੇਰੇ ਲਈ ਤੁਹਾਡੀ ਜ਼ਿੰਦਗੀ 'ਚ ਪਹਿਲਾ ਸਥਾਨ ਚੀਜ਼ਾਂ ਦਾ ਹੈ ਕਿ ਪ੍ਰਭੂ ਦਾ ਹੈ ਡਿਪੈਂਡ ਵੀਜ਼ੇ ਦਾ ਹੈ ਕਿ ਚੰਗਾਈ ਦਾ ਹੈ ਕਿ ਜੌਬ ਦਾ ਹੈ ਕਿਹੜਾ ਸਥਾਨ ਹੈ ਪਹਿਲਾ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਪ੍ਰਥਮ ਸਥਾਨ ਪਿਤਾ ਪਰਮੇਸ਼ਰ ਯਹੋਵਾ ਨੂੰ ਦਿੰਦੇ ਆ ਫਿਰ ਉਹ ਤੁਹਾਨੂੰ ਸਿਰਾ ਠਹਿਰਾਏਗਾ ਫਿਰ ਉਹ ਤੁਹਾਨੂੰ ਪ੍ਰਭਾਵਸ਼ਾਲੀ ਬਣਾਏਗਾ ਕਿਉਂਕਿ ਤੁਸੀਂ ਉਹਦੀ ਚਿਤੌਨੀਆਂ ਨੂੰ ਉਹਦੇ ਵਚਨਾਂ ਦੇ ਉੱਤੇ ਮਨ ਲਗਾਇਆ ਬਰਕਤ ਦੇ ਉੱਤੇ ਮਨ ਨਹੀਂ ਲਗਾਇਆ ਕਿਹਦੇ ਤੇ ਮਨ ਲਗਾਇਆ ਪਰਮੇਸ਼ਰ ਦੇ ਵਚਨ ਦੇ ਉੱਤੇ ਮਨ ਲਗਾਇਆ ਕਹਿੰਦੇ ਜਿੱਥੇ ਤੁਹਾਡਾ ਮਨ ਜਿੱਥੇ ਤੁਹਾਡਾ ਧਨ ਉੱਥੇ ਤੁਹਾਡਾ ਮਨ ਹੁਣ ਸਾਡਾ ਧਨ ਕੀ ਹੈ ਮੇਰਾ ਧਨ ਤੇ ਪ੍ਰਭੂ ਪਿਤਾ ਪਰਮੇਸ਼ਰ ਯਹੋਵਾ ਤੁਹਾਡਾ ਧਨ ਕੀ ਹੈ ਉੱਤਮ ਭਾਗ ਮੈਂ ਬਣਾ ਰਹੀ ਹਾਂ ਲਿਖਦੀ ਜਾ ਰਹੀ ਹਾਂ ਆਇਤਾਂ ਮਿਲ ਰਹੀਆਂ ਲਿਖਦੀ ਜਾ ਰਹੀ ਹਾਂ मेरे परमेश्वर यहोवा ने मेरे लिए उत्तम भाग चुन लिया जो मेरे लिए घमंड का कारण है उत्तम भाग वेस्ट भाग है जो मैं लेके बैठी हूं क्योंकि मरियम ने वेस्ट चुनिया सी बारूक ने भी वेस्ट चुनिया परमेश्वर नु चुनिया डिपेंड तुहाडे ते हालेलुया डिपेंड तुहाडे ते ਨੀ ਸੰਤੋਸ਼ ਕੀ ਹੋਈ ਭਗਤੀ ਬੜਾ ਫਲ ਲੈ ਕੇ ਆਂਦੀ ਉਹਦੇ 'ਚ ਉਹਦੀ ਭਗਤੀ ਜਿਹੜੀ ਸੀ ਨੀ ਸੰਤੋਸ਼ ਸੀ ਉਹ ਨਿਰਾਸ਼ਾ ਦੇ ਵਿੱਚ ਵੀ चलता सी निराशा दे विच भी चलना निराशा आंदी है मत्ती 11 ਦੀ 28 ਚ लिखिया है हे बोझ से दबे लोगो मैं तुम्हें विश्राम दूंगा हुन विश्राम संसार दा नहीं मिलना है रोटी ते बननी है घर दे काम ते करने ही करने हैं जॉब ते जाना ही जाना है हुन विश्राम केड़ा सोचां दा दिमाग दे घोड़ियां दा तुम ये ना सोचना तुम क्या खाओगे तुम क्या पहनोगे स्वर्गीय पिता जानता है हम क्या खाएंगे क्या पहनेंगे क्या सॉरी मैं एक गल इत्थे शेयर करना अंकुर नुला ने क्या मैं कल मेरे हस्बैंड सुन रहे सी तबीयत नहीं ठीक सी ਅਸੀਂ ਚਰਚ ਨਹੀਂ ਜਾ ਪਾਏ ਉਹਨਾਂ ਦੀ ਤਬੀਅਤ ਕਾਫੀ ਖਰਾਬ ਸੀਗੀ ਉਹ ਕਹਿ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮਸ ਬਹੁਤ ਹੋਣੀ ਹੈ ਮਨੀ ਪ੍ਰੋਬਲਮਸ ਹੋਣੀ ਇਹਦਾ ਤਾਂ ਮੈਂ ਵੀ ਸੁਣ ਰਹੀ ਸੀ ਇਸ ਚੀਜ਼ ਨੂੰ ਗਲਤ ਨਾ ਲੈਣਾ ਕਿਉਂਕਿ YouTube ਤੇ ਜਾਣਾ ਹੈ ਠੀਕ ਹੈ ਮੈਂ ਕਿਹਾ ਖੁਦਾ ਮੈਂ ਇਹ ਪ੍ਰੋਬਲਮਸ ਨੂੰ ਕੈਨਸਲ ਕਰਦੀ ਹਾਂ क्योंकि जो अमीर है बहुत अमीर बनोगे गरीब मैं क्या परमेश्वर ਅਸੀਂ ਤੁਹਾਡੇ हैं ਸਾਡੇ लिए भविष्यवाणी नहीं है गैर मसीहा वाली भविष्यवाणी है हालेलुया पर ਇਹ ਵੀ ਗੱਲ ਹੈ ਕਿ ਪੈਸਾ ਜੋੜਨਾ ਸੰਭਾਲਣਾ ਸਾਨੂੰ ਸਮਝ ਦਿੱਤੀ ਹੋਈ ਹੈ
ਕਿ ਆਉਣ ਵਾਲੇ ਸਮੇਂ ਦੇ ਵਿੱਚ ਮਿਡਲ ਕਲਾਸ ਫੈਮਿਲੀ ਲਈ ਬਹੁਤ ਪ੍ਰੋਬਲਮਸ ਹੈ। ਮੈਂ ਕਿਹਾ ਅਸੀਂ ਵੀ ਮਿਡਲ ਕਲਾਸ ਹੈ। ਫਿਰ ਉੱਥੇ ਕਿਹਾ, ਮੈਂ ਕਿਹਾ ਖੁਦਾ ਤੁਸੀਂ ਇਸਹਾਕ ਨੂੰ ਅਕਾਲ ਦੇ ਸਮੇਂ 100 ਗੁਣਾ ਕਣਕ ਨਾਲ ਬਲੈਸ ਕੀਤਾ, ਅਸੀਂ ਚੀਜ਼ਾਂ ਵੱਲ ਨਹੀਂ ਜਾਣਾ, ਅਸੀਂ ਸਿਰਫ ਵਚਨ ਵੱਲ ਜਾਣਾ। ਉਸੇ ਸਮੇਂ ਖੁਦਾ ਦੇ ਆਤਮਾ ਨੇ ਮੇਰੇ ਨਾਲ ਗੱਲ ਕਰਨੀ। ਮੈਂ ਕਿਹਾ ਮੈਂ ਜੇ ਦੇਖੋ ਇੱਕ ਪ੍ਰੋਫਿਟ ਕੋਈ ਗੱਲ ਸਮਝਾ ਰਿਹਾ ਜਾਂ ਕੋਈ ਵੀ ਗੱਲ ਕਰ ਰਿਹਾ, ਤੁਸੀਂ ਉਹਨੂੰ ਰਿਸੀਵ ਕਿੱਦਾਂ ਕਰਦੇ ਉਸ ਚੀਜ਼ ਨੂੰ। ਮੈਂ ਕਿਹਾ ਨਹੀਂ, ਇਹ ਮੈਂ ਆਪਣੀ ਜ਼ਿੰਦਗੀ 'ਚ ਕੈਂਸਲ ਕਰਦੀ ਕਿ ਆਉਣ ਵਾਲੀ ਜ਼ਿੰਦਗੀ 'ਚ ਪ੍ਰੋਬਲਮਸ ਹੋ ਗਈਆਂ। ਮਨੀ ਪ੍ਰੋਬਲਮ ਬਿਲਕੁਲ ਵੀ ਨਹੀਂ। ਆਉਣ ਵਾਲੇ ਟਾਈਮ 'ਚ ਅਸੀਂ ਪ੍ਰੋਸਪਰ ਹੋਵਾਂਗੇ, ਕਿਉਂਕਿ ਮੇਰੀ ਜ਼ਿੰਦਗੀ ਦੀ ਗਵਾਹੀ ਹੈ। 2020 ਦੇ ਵਿੱਚ ਕੀ ਸੀਗਾ? ਕਰੋਨਾ ਸੀਗਾ, ਲੋਕੀ ਘਰ ਦੇ ਅੰਦਰ, ਔਰ ਮੈਂ 2020 ਦੇ ਵਿੱਚ ਬਲੈਸ ਹੋ ਰਹੀ ਸੀ। ਲੋਕਾਂ ਦੀ ਜ਼ਿੰਦਗੀ 'ਚ ਪ੍ਰੋਬਲਮ ਸੀ। ਮੇਰੇ ਹਸਬੰਡ ਦਾ ਪਰਮਾਨੈਂਟ ਕੰਮ ਹੋ ਗਿਆ, ਕੰਟੈਕਟ ਲਾਈਫ ਟਾਈਮ ਦਾ ਕੰਟੈਕਟ ਹੋ ਗਿਆ। ਸਾਨੂੰ ਗੱਡੀ ਮਿਲੀ 2020 ਦੇ ਵਿੱਚ, ਅਸੀਂ ਨਵੀਂ ਗੱਡੀ ਲਈ ਚੇਂਜ ਕੀਤੀ। ਔਰ 2020 ਦੇ ਵਿੱਚ ਮੈਂ ਸੋਰਸ ਪ੍ਰੋਬਲਮ ਨਾਲ ਠੀਕ ਹੋਈ। ਲੋਕਾਂ ਦੀ ਜ਼ਿੰਦਗੀ 'ਚ ਪ੍ਰੋਬਲਮ ਸੀ, ਮੈਂ ਪ੍ਰੋਸਪਰ ਹੋ ਰਹੀ ਸੀ। ਹਾਲੇਲੂਇਆ। ਜਦੋਂ ਅਸੀਂ ਦੇਖਦੇ ਨਾ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ ਜਦੋਂ ਅਕਾਲ ਹੋਊਗਾ ਮੈਂ ਤੁਹਾਨੂੰ ਤ੍ਰਿਪਤ ਕਰਾਂਗਾ, ਉਹ ਵਾਅਦਾ ਹੈ। ਹਾਲੇਲੂਇਆ। ਉਹੀ ਕਹਿੰਦਾ ਮਤਲਬ ਨਾ, ਸਾਨੂੰ ਸੋਚਾਂ ਦਾ ਵਿਸ਼ਰਾਮ ਮਿਲੇਗਾ, ਸੰਸਾਰ ਦਾ ਵਿਸ਼ਰਾਮ ਤੇ ਨਹੀਂ ਮਿਲ ਸਕਦਾ। ਉਹ ਤੇ स्वर्ग ही जाके मिलेगा। स्तुति स्तुति स्तुति, हौली हौली, पवित्र पवित्र पवित्र, जो था जो है जो आने वाला है, पवित्र 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 पवित्र। वो सिर्फ स्वर्ग से आके ही मिलेगा कि ਅਸੀਂ ਕੁਝ ਨਹੀਂ ਕਰਾਂਗੇ। ਇੱਥੇ ਤੇ ਸਭ ਕੁਝ ਕਰਨਾ ਹੈ, ਪਰ ਸਾਨੂੰ ਕਿਹੜਾ ਵਿਸ਼ਰਾਮ ਮਿਲੇਗਾ? ਸੋਚਾਂ ਦਾ। ਜੋ ਇਸ ਸਮੇਂ ਕੀ ਕਹਿ ਸੀ, मैं कराते कराते थक गया, मुझे कुछ चैन नहीं मिलता। दिमाग 'ਚ ਕਦੀ ਚੈਨ ਨਹੀਂ ਮਿਲਦਾ, ਦਿਮਾਗ 'ਚ ਕਦੀ ਚੈਨ ਨਹੀਂ ਮਿਲਦਾ। ਪਰ ਖੁਦਾ ਸਾਨੂੰ ਵਿਸ਼ਰਾਮ ਦਿੰਦੇ ਆ, ਸੋਚਾਂ ਦਾ ਵਿਸ਼ਰਾਮ, ਮਨ ਦਾ ਵਿਸ਼ਰਾਮ, ਕਿ ਮੇਰੀਆਂ ਸਾਰੀ ਯੋਜਨਾਵਾਂ ਤੇਰੇ ਲਈ ਭਲਾਈ ਦੀਆਂ ਹੈ, ਬੁਰਾਈ ਦੀ ਇੱਕ ਵੀ ਨਹੀਂ, ਬੁਰਾਈ ਦੀ ਇੱਕ ਵੀ ਨਹੀਂ। ਸੋਚਾਂ ਦਾ ਵਿਸ਼ਰਾਮ। ਜਦੋਂ ਸੋਚਾਂ ਦੇ ਘੋੜੇ ਚੱਲੇ, ਕੰਟਰੋਲ ਕਰੋ ਕਿ ਪਰਮੇਸ਼ਵਰ ਸੋਚਾਂ ਦੇ ਉੱਤੇ ਕੰਟਰੋਲ ਕਰੋ। ਹਾਲੇਲੂਇਆ। ਇੱਕ ਹੋਰ ਆਇਤ ਨੂੰ ਪੜਾਂਗੇ, ਫਿਲਿਪੀਓ 1 ਅਧਿਆਇ 10। ਫਿਲਿਪੀਓ 1 ਅਧਿਆਇ 10। ਹਾਲੇਲੂਇਆ। ਭਾਈ ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ, ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਟ ਕਪਟ ਅਤੇ ਬੇਦੋਸ਼ ਰਹੋ। ਹਾਲੇਲੂਇਆ। ਹਾਂ, ਹੁਣ ਕਿਸ ਚੀਜ਼ ਦੀ ਖੋਜ ਕਰਨੀ ਅਸੀਂ? ਪਰਮੇਸ਼ਵਰ। किस चीज दी? मेरी बाइबल में लिखी, यहां तक कि तुम उत्तम से उत्तम बातों को प्रिय जानो। अच्छियां चीजां दी खोज करो, वचन दी खोज करो जो तुहानू स्वर्ग तक पहुंचा सकदा है। वचन, संसार दी चीजां दी खोज ना करो, वचन दी खोज। सॉरी, बारूक ने केदी खोज कीती? परमेश्वर दी खोज कीती। पर निराशा दे विच भी वो परमेश्वर नाल चलदा रहा। हालेलुया। निराशा दे विच भी वो परमेश्वर नाल चलदा रहा। कहना मतलब उत्तम बातों की खोज करो, मसीह के दिन तक सच्चे ठहरे रहो और ठोकर ना खाओ। ठोकर ना खाओ, सच्चे बनो, उस अंत तक सच्चा रहा। फिर परमेश्वर ने गलबात की, 4 च लिखिया है, तू यूं कह, यहोवा यूं कहता है। यिर्मयाह नु कह रहे, परमेश्वर कह रहे बारूक नु कह, देख इस सारे देश को जिसे मैंने बनाया था उसे मैं ढा दूंगा। क्यों ढाना? हुन परमेश्वर ने यरूशलेम नु क्यों ढाया जाता? साडी जिंदगी च मुश्किल प्रॉब्लम्स क्यों आंदी है? हालेलुया। और जिसको मैंने रोपा था उसे मैं स्वयं उखाड़ दूंगा। क्यों? क्योंकि वो बुरी चाल चलन लग पे सी, परमेश्वर दी आज्ञा नु नहीं मन्निया, हाट कीता। ਜਦੋਂ ਅਸੀਂ ਕਹਿੰਦੇ ਪਰਮੇਸ਼ਰ ਬਰਕਤ ਦੇਣਾ ਜਾਣਦਾ ਵੀ ਹੈ, ਪਰਮੇਸ਼ਰ ਬਰਕਤ ਲੈਣਾ ਜਾਣਦਾ ਵੀ ਹੈ। ਇਸ ਆਇਤ ਨੂੰ ਬੜੇ ਡੀਪਲੀ, ਕਿਉਂਕਿ ਮੈਂ ਬਹੁਤ ਜਦੋਂ ਇਹਨੂੰ ਸਮਝ ਬਹੁਤ ਕਲਰ ਕੀਤਾ ਸੀਗਾ ਕਿ ਮੈਂ ਲਿਖਿਆ अपनी जिंदगी च लेना, इस सारे घर को मैंने बनाया, मैं ढा भी सकता है। यदि घर को यहोवा ना बनाए, उसके बनाने वाले का परिश्रम व्यर्थ है। व्यर्थ। जिसको मैंने रोपा, जेड़ा पेड़ बनाया, परमेश्वर कहते मैं स्वयं उखाड़ भी सकता है। अगर परमेश्वर ने इस मिनिस्ट्री नु बनाया, अगर सही नहीं चलांगे, परमेश्वर इस मिनिस्ट्री नु उखाड़ दोगे। समझ आ रही है गल? परमेश्वर सब कुछ करने की ताकत रखते हैं।
बनाना भी जानते हैं, ਉੱਚਾ ਕਰਨਾ ਵੀ ਜਾਣਦੇ ਆ, ਨੀਚੇ ਉਤਾਰਨਾ ਵੀ ਜਾਣਦੇ ਆ। ਜਦੋਂ ਸਾਡੇ ਕੋਲ ਬਹੁਤ ਪੈਸਾ ਆ ਜਾਂਦਾ, ਅਸੀਂ ਬੜੇ ਅੱਛੇ ਚੱਲਣ ਲੱਗ ਪੈਂਦੇ, ਸਾਨੂੰ ਜੌਬ ਮਿਲ ਅਸੀਂ ਪਰਮੇਸ਼ਰ ਤੋਂ ਦੂਰ ਰਹਿੰਦੇ। ਪਰਮੇਸ਼ਰ ਕਹਿੰਦੇ ਚੱਲ ਹੁਣ ਇਹਦੀ ਡੋਰੀ ਖਿੱਚਦਾ, ਇਹਨੂੰ ਉਸੇ ਜਗ੍ਹਾ ਤੇ ਲੈ ਕੇ ਆਉਂਦਾ ਹੈ, ਫਿਰ ਇਹ ਮੇਰੇ ਨਾਲ, ਕਿਉਂਕਿ ਸਾਡੀ ਜ਼ਿੰਦਗੀ 'ਚ ਪਰਮੇਸ਼ਰ ਦੀ ਇੱਕ ਯੋਜਨਾ ਹੈ, ਇੱਕ ਮਕਸਦ ਹੈ। ਫਿਰ ਉਸ ਸਮੇਂ ਪਰਮੇਸ਼ਰ ਅਸੀਂ ਏਦਾਂ ਜੁੜ ਜਾਂਦੇ ਆ, ਏਦਾਂ ਰੋ ਰੋ ਕੇ ਦੁਆ ਕਰਦੇ, ਕਿਉਂਕਿ ਉਸ ਸਮੇਂ ਅਸੀਂ ਉਸ ਤਰੀਕੇ ਨਾਲ ਨਹੀਂ ਚੱਲਦੇ ਜਿਸ ਤਰੀਕੇ ਨਾਲ ਸਾਨੂੰ ਪਰਮੇਸ਼ਰ ਚਲਾਣਾ ਚਾਹੁੰਦੇ ਆ। ਹਾਲੇਲੂਇਆ। ਅਸੀਂ ਪ੍ਰੋਸਪਰ ਸੀਗੇ ਇਟਲੀ ਦੇ ਵਿੱਚ, ਖੁਦਾ ਨੇ ਜ਼ੀਰੋ ਕੀਤਾ। ਹੁਣ ਸਮਝ ਆਈ, ਹੁਣ ਤੇ ਅਸੀਂ ਡਰ ਕੇ ਰੋਟੀ ਖਾਣ ਵੇਲੇ ਵੀ ਦੁਆ, ਕੱਪੜੇ ਪਾਉਣ ਵੇਲੇ ਵੀ ਦੁਆ, ਬਾਹਰ ਜਾਣ ਵੇਲੇ ਵੀ ਦੁਆ, ਹਰ ਇੱਕ ਚੀਜ਼ 'ਚ ਦੁਆ ਹੀ ਦੁਆ ਦੁਆ। ਖੁਦਾ ਨੇ ਇੰਨਾ ਜੋੜ ਲਿਆ ਕਿ ਮੈਂ ਕਹਿੰਦੀ ਹੁਣ ਇਹ ਬਰਕਤਾਂ ਦੁਬਾਰਾ ਨਾ ਖਰਾਬ ਹੋਣ, ਦੁਬਾਰਾ ਮੇਰੇ ਕੋ ਮਿਹਨਤ ਨਹੀਂ ਹੋਣੀ। ਸਮਝ ਆ ਰਹੀ ਹੈ ਗੱਲ? ਉਹ ਰੋਪਣਾ ਜਾਣਦਾ ਹੈ, ਉਹ ਖਾਣਾ ਜਾਣਦਾ ਹੈ, ਉਹ बढ़ाना ਜਾਣਦਾ ਹੈ, ਉੱਚਾ ਕਰਨਾ ਵੀ ਜਾਣਦਾ, ਨੀਚੇ ਉਤਾਰਨਾ ਵੀ ਜਾਣਦਾ ਹੈ। ਅਗਰ ਆਪਣੀਆਂ ਬਰਕਤਾਂ ਨੂੰ, ਬਲੈਸ ਨੂੰ ਬਰਕਰਾਰ ਰੱਖਣਾ ਹੈ, ਜੋ ਅਸੀਂ ਵਰਦਾਨ ਲੈ ਲਈਏ, ਜੋ ਅਸੀਂ ਚੀਜ਼ਾਂ ਲੈ ਲਈਆਂ, ਤੇ ਪਰਮੇਸ਼ਰ ਨਾਲ ਜੁੜੇ ਰਹੀਏ। ਡਰਦੇ ਤੇ ਕੰਬਦੇ ਖੁਦਾ ਕੋਲ ਜਾਂਦੇ ਰਹੀਏ। ਮੈਂ ਤਾਂ ਬਹੁਤ ਡਰਦੀ ਕੰਬਦੀ ਖੁਦਾ ਕੋਲ ਹਾਲੇ ਤੱਕ ਜਾਂਦੀ ਹਾਂ, ਚਾਹੇ ਨੂੰ ਡਰ ਕੋ, ਚਾਹੇ ਜੋ ਵੀ ਕੋ, ਕਿਉਂਕਿ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। सब कुछ परमेश्वर लिए कोई भी काम मुश्किल नहीं है, कोई भी काम मुश्किल नहीं है। साढ़े थे पेपर्स वर्क प्रॉब्लम आ गई सी, खुदा ने पेपर वर्क ऐसा हो रहा है। उस समय मेरे को कलाम ऐसी, मेरी कानून और व्यवस्था स्वर्ग से आती है। मेरे हस्बैंड का काम छुट गया सी, उन्होंने क्या छोटी सी गवाही शेयर कर रही है, जो उनके पेपर्स वर्क है, जिन्होंने प्रॉब्लम्स होंदी, उन्होंने क्या इन्होंने 3 महीने तो ज्यादा नहीं मिलोगे। मैं क्या नहीं, सानू वड्डे मिलोगे, वड्डे मिलोगे। जिथे 3 महीने दे मिलने से ते सानू 2 साल दे, कितने 3 महीने ते कितने 2 साल दे पेपर मिले। कानून और व्यवस्था स्वर्ग से आती है। हालेलुया। मैं हुन भी रुद्र दी थोड़ी प्रॉब्लम जब मैं हुन भी याद कर सी, मैं कहा खुदा ਕਿਸੇ ਦੀ ਸਾਡੀ ਮੇਰੇ ਬੇਟੇ ਦੀ ਥੈਰੇਪੀ ਦੀ ਪ੍ਰੋਬਲਮ ਸੀਗੀ, ਦੂਰ ਬਹੁਤ ਦੂਰ ਸੀਟ ਮਿਲ ਰਹੀ ਸੀ, ਸਾਨੂੰ ਨਜ਼ਦੀਕ ਮਿਲ ਗਈ ਇੱਕ ਅਣਜਾਣ ਐਂਜਲਸ। ਮੈਂ ਨਹੀਂ ਦੇਖਿਆ ਉਹਨੂੰ ਕਦੀ, ਉਸ ਤੋਂ ਬਾਅਦ ਅਸੀਂ ਦੇਖੇ ਨਹੀਂ, ਅਣਜਾਣ ਹੈ। ਮੈਂ ਪੁਰਾਣੇ ਲੋਕ ਗਵਾਹੀ ਸੁਣ ਚੁੱਕੇ, ਫੇਰ ਸੁਣਾਉਂਗੀ। ਪਰ ਮੈਂ ਉਸ ਗਵਾਹੀ ਨੂੰ ਯਾਦ ਕਰ ਰਹੀ ਸੀ, ਤੇ ਉੱਥੇ ਦੀ ਵੱਡੀ ਹੈਡ ਨੇ ਕਿਹਾ, ਕਹਿੰਦੀ ਤੁਹਾਡੀ ਜਾਣ ਪਹਿਚਾਣ ਹੈ, ਜਿਹੜਾ ਕੰਮ ਸਾਲ ਚ ਹੁੰਦਾ ਉਹ 3 ਮਹੀਨੇ ਚ ਹੋ ਗਿਆ। ਮੈਂ ਉਹਨਾਂ ਆਪਣੀ ਗਵਾਹੀਆਂ ਨੂੰ ਯਾਦ ਕਰ ਰਹੀ ਸੀ। ਮੈਂ ਕਿਹਾ ਖੁਦਾ, ਜਿਹੜਾ ਸਾਲ ਲੱਗਦਾ ਜਿਸ ਵਰਕ ਨੂੰ, ਮੇਰੇ ਬੱਚੇ ਲਈ ਉਹ 3 ਮਹੀਨੇ ਦੇ ਵਿੱਚ ਹੋ ਗਿਆ। ਅੱਜ ਵੀ ਤੁਸੀਂ ਉਹੀ ਪਰਮੇਸ਼ਵਰ ਹੈ। ਖੁਦਾ ਮੈਨੂੰ ਯਾਦ ਦਿਲਾ ਰਹੇ ਸੀ, ਕਿਉਂਕਿ ਮੈਂ ਸੋਚਾਂ ਚ ਜਾ ਰਹੀ ਸੀ। ਜਦੋਂ ਬੈਠਦੇ ਨਾ, ਕਹਿੰਦੇ ਉਦੋਂ ਮੈਂ ਕਰ ਸਕਦਾ, ਮੈਂ ਹੁਣ ਵੀ ਕਰ ਸਕਦਾ। ਫਿਰ ਮੈਂ ਕਿਹਾ ਖੁਦਾ, ਸਾਰੀਆਂ ਯੋਜਨਾਵਾਂ ਭਲਾਈ ਦੀਆਂ ਇਸ ਸਮੇਂ ਮੈਂ ਨਹੀਂ ਜਾਣਦੀ ਕਿ ਕੀ ਰੁਦਰ ਲਈ ਬੈਟਰ ਹੈ, ਪਰ ਤੁਸੀਂ ਜਾਣਦੇ ਹੋ ਮੇਰੇ ਬੱਚੇ ਲਈ ਬੈਸਟ ਹੈ ਸਭ ਕੁਝ। ਹਾਲੇਲੂਇਆ। ਜੋ ਸਾਲ ਦਾ ਵਰਕ ਉਹ 3 ਮਹੀਨੇ ਦੇ ਵਿੱਚ, ਬੜੇ ਹੈਰਾਨ ਹੋ ਗਏ। ਉੱਥੇ ਦੇ ਅਫਸਰ ਹੈਰਾਨ ਹੋ ਗਏ, ਇਹ ਕੀ ਹੋ ਗਿਆ। ਖੁਦਾ ਕਿਸੇ ਦੇ ਵੀ ਪੱਥਰ ਦਿਲ ਨੂੰ ਮਾਸ ਕਰ ਸਕਦਾ ਹੈ और सॉफ्ट भी कर सकता है, क्योंकि ਅਸੀਂ ਇੱਕ ਇਨਸਾਨ ਨੂੰ ਨਹੀਂ ਬਦਲ ਸਕਦੇ। ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ, ਪਰਮੇਸ਼ਵਰ ਹੀ ਮਨੁੱਖ ਨੂੰ ਬਦਲ ਸਕਦਾ ਹੈ, ਅਸੀਂ ਨਹੀਂ ਬਦਲ ਸਕਦੇ। ਅਗਰ ਮੇਰੇ ਚ ਬਦਲਣ ਦੀ ਤਾਕਤ ਹੁੰਦੀ ਹੈ, ਸੀਰੀਅਸਲੀ ਮੈਂ ਸਭਨਾਂ ਨੂੰ ਬਦਲ ਦਿੰਦੀ। ਮੇਰੇ ਚ ਪਾਵਰ ਹੁੰਦੀ, ਮੈਂ ਕੋਈ ਇਨਸਾਨ ਮਸੀਹ ਨਾ ਛੱਡਦੀ, ਸਾਰਾ ਆਪਣਾ ਘਰਾਣਾ ਹੀ ਲੈ ਕੇ ਆ ਜਾਂਦੀ। ਸਾਡੇ ਚ ਕੋਈ ਪਾਵਰ ਨਹੀਂ, ਕੋਈ ਲਿਆਕਤ ਨਹੀਂ ਹੈ, ਕੁਝ ਵੀ ਨਹੀਂ। ਅਸੀਂ ਕਾਸ ਵਰਗੇ, ਅੱਜ ਹੈ ਕੱਲ ਨਹੀਂ ਆ। अगर खुदा साड़ी सांस खिंच ले, आज है कल नहीं है। हालेलुया। यिर्मयाह 18 अध्याय ਉਹਦੀ 7 ਤੋਂ ਲੈ ਕੇ 10 ਤੱਕ ਪੜਾਂਗੇ, ਜਿਸ ਬੱਚਨ ਨੂੰ ਅੱਛੇ ਤਰੀਕੇ ਨਾਲ ਸਮਝਣਾ। ਫਿਰ 5 ਤੇ ਆਵਾਂਗੇ। 5ਵੀਂ ਵਰਸ ਕਿਹੜੀ ਬੋਲੀ? 7 ਤੋਂ 10 ਤੱਕ 18 ਅਧਿਆय। ਹਾਲੇਲੂਇਆ। ਹਾਲੇਲੂਇਆ। 6 ਤੋਂ ਪੜ ਦੇਣਾ, ਸਹਿਜ 6 ਤੋਂ ਪੜਨਾ। ਹੇ ਇਸਰਾਇਲ ਦੇ ਘਰਾਣੇ, ਕੀ ਮੈਂ ਇਸ ਘੁਮਿਆਰ ਵਾਂਗ ਤੁਹਾਡੇ ਨਾਲ ਨਹੀਂ ਕਰ ਸਕਦਾ? ਯਹੋਵਾ ਦਾ ਵਾਕ ਹੈ, ਵੇਖੋ, ਹੇ ਇਸਰਾਇਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥਾਂ ਵਿੱਚ ਹੈ, ਤਿਵੇਂ ਤੁਸੀਂ ਮੇਰੇ ਹੱਥਾਂ ਵਿੱਚ ਹੋ। ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਸ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ਼ ਕਰਾਂਗਾ, ਜੇ ਉਹ ਕੌਮ ਜਿਸ ਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਵੀ ਉਸ ਬਦੀ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਦੇ ਨਾਸ਼ ਕਰਨ ਲਈ ਸੋਚੀ ਸੀ। ਹਾਲੇਲੂਇਆ, ਹਾਲੇਲੂਇਆ। ਅਤੇ
ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਵਿਖੇ ਬੋਲਾਂ ਕਿ ਉਹਨੂੰ ਬਣਾਵਾਂਗਾ ਅਤੇ ਲਵਾਂਗਾ, ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਆਵਾਜ਼ ਨਾ ਸੁਣੇ, ਤਾਂ ਮੈਂ ਵੀ ਉਸ ਭਲਾਈ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਾਈ ਕਰਨ ਲਈ ਆਖਿਆ ਸੀ। ਹਾਲੇਲੂਇਆ। ਸਮਝ ਆ ਗਈ ਗੱਲ? परमेश्वर साडे कुम्हार आ। ਜਦੋਂ ਅਸੀਂ परमेश्वर ਦੀ बात को सुनते हैं और ਮੰਨਦੇ हैं, फिर साडे लिए ਉਹ ਭਲਾਈ चलदी ही रहंदी है, नहीं ते ਉਹ ਭਲਾਈ की है, खराब हो जाती है। परमेश्वर देना जानता है, परमेश्वर वापस लेना भी जानते हैं। मैं बड़े ही अपने हस्बैंड को कहती हूँ, अमन जी ध्यान रखियो, बहुत कुछ हले बहुत कुछ लेना है, बहुत कुछ है, हल ते स्टार्टिंग हुई है साडी प्रॉस्पर होने दी। बहुत गिफ्ट, बहुत चीज़ां खुदा ने रखी हुई, हर साल हर एक लैवल है। और मैं एक गल सीखी सी, आसमान च साडी बरकत निकल जाती है और शैतान रोकदा है, पर असीं ओहदे हत्थों खिच लैंदे हैं जदों असीं रोजे बाइबल प्रार्थना उपवास करदे। हर साल दी बरकत मैं अपनी जिंदगी च लई हुई है। कित्थों सीखिया सी? यिर्मयाह ने जदों पहला रोजा रखिया सी, सॉरी दानियल, यिर्मयाह ने कहा, दानियल ने पहला रोजा रखिया सी, उन्हें 21 रोजे रखे सी, पहले रोजे से ओहदी बरकत निकल गई सी, पर केड़े फारूक दे राजे ने वो बरकत नूं रोक लिया सी। फिर मिकेल सुर दे, मैं कहा खुदा अगर दानियल दी बरकत निकलदी है पहले रोजे च, मेरी भी निकली होगी। हालेलुया। तो मैं क्या हर साल दी बरकत जो आसमान च रुक जाती, खुदा मैं ते ओहदे हत्थां चों खिच लूंगी। मतलब कलाम मैनूं खुदा ने इदां, मतलब मैं सिक्ख्या है खुदा दे आत्मा तो कलाम। ਜਦੋਂ ਅਸੀਂ ਰੋਜ਼ੇ ਰੱਖਦੇ ਆ ਨਾ, ਚਾਹੇ ਅਸੀਂ 21 ਰੋਜ਼ੇ ਰੱਖ ਕੇ ਕਲੋਜ਼ ਕੀਤੇ, ਸਾਡੀ ਬਰਕਤ ਸਾਡੇ ਕੋ ਆਈ ਹੈ। ਹੁਣ 21 ਰੋਜ਼ਿਆਂ ਤੋਂ ਬਾਅਦ ਖਰਾਬ ਨਹੀਂ ਕਰਨੀ, ਉਹਨੂੰ ਸੰਭਾਲਣਾ ਹੈ। ਸ਼ੈਤਾਨ ਰੋਜ਼ਿਆਂ ਤੋਂ ਬਾਅਦ ਆਂਦਾ ਹੈ, ਵਿੱਚ ਨਹੀਂ ਆਂਦਾ, ਬਾਅਦ ਆਂਦਾ ਹੈ ਚੋਰੀ ਕਰਨ। ਪ੍ਰਭੂ ਯਿਸੂ ਮਸੀਹ ਕੋ ਰੋਜ਼ਿਆਂ ਤੋਂ ਬਾਅਦ ਆਇਆ ਸੀ ਪ੍ਰੀਖਿਆ ਕਰਨ, ਔਰ ਰੋਕ ਦਿੰਦਾ ਹੈ। ਸਾਡੀ ਆਸਮਾਨ ਚ ਬਰਕਤ ਨਿਕਲੀ ਹੋਈ ਹੈ 2025 ਦੀ, ਡਿਪੈਂਡ ਸਾਡੇ ਉੱਤੇ ਹੈ ਕਿ ਅਸੀਂ ਉਹਦੇ ਹੱਥਾਂ 'ਚ ਖੋ ਕੇ ਆਪਣੀ ਜ਼ਿੰਦਗੀ 'ਚ ਲੈਣੀ ਹੈ। ਕਿੱਦਾਂ ਲੈਣੀ ਹੈ? ਤੁਹਾਨੂੰ ਦੱਸ ਚੁੱਕੀ ਹੋਣੀ ਹੈ। ਸਟਰੋਂਗ, ਨਿਰਾਸ਼ਾ ਦੇ ਵਿੱਚ ਵੀ ਆਸ਼ਾ ਰੱਖਣੀ, ਆਪਣੇ ਆਪ ਨੂੰ ਬਲੈਸ ਕਰਦੇ ਜਾਣਾ। ਬਲੈਸ ਬਲੈਸ ਬਲੈਸ, ਮੈਂ ਬੜੀ ਬਲੈਸ ਹਾਂ। ਸ਼ੀਸ਼ੇ ਦੇ ਵਿੱਚ ਜਦੋਂ ਦੇਖਦੇ ਆਪਣੇ ਆਪ ਨੂੰ ਕੋ ਮੈਂ ਬਹੁਤ ਸੋਹਣੀ ਹਾਂ, ਮੈਂ ਬੜੀ ਬਲੈਸ ਹਾਂ। ਕਿਸੇ ਨੂੰ ਮੈਂ ਏਦਾਂ ਕਹਤਾ, ਉਹ ਹੱਲੇ ਵੀ ਜਦੋਂ ਸ਼ੀਸ਼ਾ ਦੇਖਦੇ ਨੂੰ ਬੜੀ ਹਾਸਾ ਆਉਂਦਾ, ਜਦੋਂ ਆਪਣੇ ਉੱਪਰ ਇਸ ਚੀਜ਼ ਨੂੰ ਕਲੇਮ ਕਰਦੀ ਹੈ। ਹਾਲੇਲੂਇਆ। 2014 ਚ ਵੇਖ ਕੇ ਸੀਗੇ ਸ਼ੀਸ਼ੇ ਦੇ ਕਿਸੇ, ਮੈਂ ਬਹੁਤ ਬਲੈਸ। ਮੇਰੇ ਹਸਬੰਡ ਨੇ ਆ ਕੇ ਬੋਲ ਦਿੰਦੀ, ਇੰਨਾ ਮੁਸ਼ਕਿਲ ਟਾਈਮ ਚੱਲਿਆ ਤੂੰ ਕਹਿੰਦੀ ਬਲੈਸ ਨਾ। ਮੈਂ ਕਿਹਾ ਮੈਂ ਬਲੈਸ ਹਾਂ, ਅੱਜ ਬਲੈਸ ਹਾਂ, ਕਿਉਂਕਿ ਉਹ ਬੀਜਿਆ ਹੋਇਆ ਅੱਜ ਇੱਕ ਪੇੜ ਬਣ ਰਿਹਾ। ਤੁਸੀਂ ਬਲੈਸ ਕੌਮ ਹੋ, ਬਲੈਸ ਹੋ। ਆਪਣੇ ਉੱਤੇ ਕਦੀ ਵੀ ਹਾਏ ਨਾ ਬੋਲਿਆ ਕਰੋ, ਕਦੀ ਹਾਏ ਨਾ ਬੋਲਿਆ ਕਰੋ, ਹਾਏ ਮੈਂ ਮਰ ਜਾ, ਹਾਏ ਮੈਨੂੰ ਇਹ ਹੋ ਗਿਆ, ਹਾਏ ਨੋ, ਮੈਂ ਬਲੈਸ ਹਾਂ, ਮੈਂ ਚੰਗੀ ਹਾਂ। ਉਹਨੂੰ ਉਸ ਬੀਜ ਨੂੰ ਪਾਣੀ दो। हालेलुया। लिखिए ना, जब मैं किसी जाति राज्य के विषय में कहूं कि उसे खाड़ डालूंगा, ढाट दूंगा और नष्ट करूंगा, तब यदि उस जाति के लोग जिसके विषय मैंने ये कहा बात कही हो अपनी बुराई से फिरे, तो मैं उस विपत्ति के विषय में जो मैंने उस पर डालने की ठानी है पछताऊंगा। परमेश्वर पछताने हार परमेश्वर है। परमेश्वर पछताने हार परमेश्वर है। हालेलुया। ठीक है, पछताने हार परमेश्वर है, दुख देके पछताने वाला परमेश्वर है। परमेश्वर ने उजाड़िया, फिर परमेश्वर ने ही बनाया। हालेलुया। और जब मैं किसी जाति या राज्य के विषय में कहूं, राज्य विषय ना लो, देश ना लो, इन्हू अपने लिए लो, बाइबल नू समझा करो। परमेश्वर साना जो तुसी रोज बाइबल पढ़दे, रोज साना परमेश्वर गलबात करदे, साडी चाल दे अनुसार गलबात करदे। जदों एक बार मेरे हस्बैंड ने कोई मिस्टेक की, मेरा वचन ही चेंज हो गया, मैनू होर वचन आ, क्योंकि परमेश्वर वचन के द्वारा गलबात करदे। और जर्मन बैठे हुए मैं कहता मैं कि कुछ मिस्टेक है, कहंदे नहीं नहीं, क्योंकि वचन कहंदा। साडे पेपर्स दे विच प्रॉब्लम्स आ गई, पर फिर मेरे परमेश्वर कहंदे मैं तेरे दुख नू सुख दे विच बदल दूंगा। हालेलुया। ਜਦੋਂ ਅਸੀਂ ਮਾਫੀ ਮੰਗਦੇ ਆ, ਪਛਤਾਉਂਦੇ, परमेश्वर जाने अनजाने ਦੇ ਵਿੱਚ गलती हो गई। हालेलुया। मैं उसे बोऊंगा और रोपूंगा, तब यदि वे उस काम को करे जो मेरी दृष्टि में बुरा है और मेरी बात ना माने, तो मैं उस भलाई के विषय जिसे मैंने
उसके लिए करने को ठानी है, पछताऊंगा। बेटर है परमेश्वर सानू कोई भी चीज दे के पछताइए ना, जिदा परमेश्वर दा आत्मा मैनू कह रहे इस समय, जिदा परमेश्वर शाऊल ਲਈ पछताए सी राजा बना के, फिर परमेश्वर ने दाऊद ਨੂੰ परमेश्वर पछताए ਸੀਗੇ शाऊल ਨੂੰ राजा बना के। परमेश्वर भी पछतांदे है, दुखी हुंदे, ਉਹਨਾਂ ਦਾ ਦਿਲ ਵੀ ਦੁਖੀ ਹੁੰਦਾ। ਹਾਲੇਲੂਇਆ। 5 ਆਇਤ ਚ ਜਾਵਾਂਗੇ 45 ਦੀ, यिर्मयाह 45 ਦੀ 5 आयत। ਹੁਣ ਬੜੇ ਧਿਆਨ ਨਾਲ ਸੁਣਨਾ, ਹੁਣ मैं बोलन जा रही हूं। इसलिए सुन, परमेश्वर ने सीधी गल, इसलिए सुन, क्या तू अपने लिए बड़ाई खोज रहा है? उसे मत खोज। ਜਦੋਂ ਅਸੀਂ ਪਰਮੇਸ਼ਰ ਦੇ ਕੰਮ ਕਰਦੇ ਹਾਂ, ਅਸੀਂ ਆਪਣੇ ਲਈ ਇੱਕ ਰਿਸਪੈਕਟ ਖੋਜਦੇ ਹਾਂ, ਬਹੁਤ ਕੁਝ ਖੋਜਦੇ ਹਾਂ, ਪੈਸਾ ਖੋਜ ਲਓ, ਕੁਝ ਵੀ ਖੋਜ ਲਓ, ਰਿਸਪੈਕਟ ਖੋਜਦੇ ਆ ਕਿ ਪਰਮੇਸ਼ਰ ਮੇਰੇ ਨਾਲ। ਉਹ ਕਹਿ ਰਿਹਾ ਇਹ ਚੀਜ਼ਾਂ ਨੂੰ ਨਾ ਖੋਜ, ਮੇਰੇ ਨਾਲ ਕੀ ਕਰ, ਨਿਸਵਾਰਥ ਚੱਲ। ਹਾਲੇਲੂਇਆ। ਨਿਰਾਸ਼ਾ ਦੇ ਵੀ ਚੱਲ, ਮੇਰੇ ਨਾਲ ਸੰਗਤੀ ਕਰ, ਜੋ ਉਹਨੇ यिर्मयाह नाल प्रभु नाल संगति कीती। कहंदे बड़ाई ना खोज कि तेनू रिस्पेक्ट मिलेगी, बड़ाई ना खोज कि तेरा पाद उत्ता किया जाएगा। किसी चीज लिए भी बड़ाई ना खोजो। जे तुसी किसी नाल भी सेवा कर रहे हो या तुसी वॉलंटियर हो, कुछ भी हो, अपनी बड़ाई ना खोजो। अगर रू भी लेके आ रहे हो कुछ, मतलब अपनी रिस्पेक्ट। पंजाबी दी बाइबल च की लिखिया सिमरन? ਕੀ ਤੂੰ ਹਾਲੇਲੂਇਆ। ਆਪਣੇ ਲਈ ਵੱਡਾ ਲੱਭਦਾ ਹੈ? ਤੂੰ ਨਾ ਲੱਭ, ਕਿਉਂ ਜੋ ਵੇਖ ਯਹੋਵਾ ਦਾ ਵਾਕ ਹੈ। सिमरन आवाज नहीं आ रही? ਪਾਸਟਰ ਜੀ ਆ ਹਾਲੇਲੂਇਆ। ਰਹੀ ਆਵਾਜ਼? हाँ जी सहज ਕੀ बोलो। ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈ? ਤੂੰ ਨਾ ਲੱਭ, ਕਿਉਂ ਜੋ ਵੇਖ ਯਹੋਵਾ ਦਾ ਵਾਕ ਹੈ। ਮੈਂ ਸਾਰੇ ਬਸ਼ਰ ਉੱਤੇ ਬੁਰਾਈ ਲਿਆ ਰਿਹਾ ਹਾਂ, ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ, ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ। ਹਾਲੇਲੂਇਆ। दोबारा पढ़ना, केड़ी की लभ रहे है तू? प्लीज पंजाबी विच। ਹਾਲੇਲੂਇਆ। ਤੂੰ ਨਾ ਲੱਭ, ਕਿਉਂ ਜੋ ਵੇਖ ਯਹੋਵਾ ਦਾ ਵਾਕ, मैं सारे बशर उत्ते नहीं 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 बुराई। की नहीं सहज ऊपर बड़ाई खोज पंजाबी च की लिखिया है? स्टार्टिंग तो पास्टर जी। हाँ ਉਹ जी, ਚੀਜ਼ਾਂ लभना। हालेलुया। ਲੱਭਣਾ। ना ਅਸੀਂ ਥੋੜਾ ਜਿਹਾ ਪਰਮੇਸ਼ਰ ਦਾ ਕੰਮ ਕਰਦੇ ਆਂ, ਅਸੀਂ ਲੱਭਣਾ ਸ਼ੁਰੂ ਕਰ ਦਿੰਦੇ ਆਂ, ਥੋੜਾ ਜਿਹਾ ਵਰਕ ਕਰਦੇ ਆਂ। ਨਿਸਵਾਰਥ ਹੈ ਹੀ ਨਹੀਂ ਸਾਡਾ ਪਰਮੇਸ਼ਰ ਨਾਲ ਵਰਕ ਹੈ। ਥੋੜਾ ਜਿਹਾ ਵੀ ਅਸੀਂ ਗੁੱਸਾ ਨਾ ਕਰਨਾ, ਕੋਈ ਵੀ ਪਰਮੇਸ਼ਰ ਚ ਵਰਕ ਕਰਦੇ, ਅਸੀਂ ਰਿਸਪੈਕਟ ਲੱਭਣੀ ਸ਼ੁਰੂ ਕਰਦੇ, ਆਪਣੀ ਮਹਿਮਾ ਲੱਭਣੀ ਸ਼ੁਰੂ ਕਰ ਦਿੰਦੇ ਹਾਂ। परमेश्वर ये भविष्यवाणी है एक साडे लई, जो भी करिए अपनी बड़ाई ना लभीए, अपनी महिमा ना लभीए, अपनी रिस्पेक्ट ना लभीए, परमेश्वर दी रिस्पेक्ट, परमेश्वर दी बड़ाई। वो कह रहे मैं जो करदा पिया, मैं एक किताब भी पढ़ रहा सी, लिख रहा सी, छोटे जे वर्क च भी अपने लिए परमेश्वर दे विच एक रिस्पेक्ट कुछ खोज रहा सी, लभना शुरू कर दिता। प्लीज मैंने शायद ना छूया है कि ਅਸੀਂ ਇਸ ਚੀਜ਼ ਨੂੰ ਨਾ ਕਰੀਏ, ਕੁਝ ਵੀ ਛੋਟਾ ਜਿਹਾ ਵੀ ਪਰਮੇਸ਼ਰ ਲਈ ਕੰਮ ਕਰੀਏ। ਪਰ ਇਸ ਚੀਜ਼ ਪਰਮੇਸ਼ਰ ਦੇਖ, ਮੈਂ ਵੀ ਕਹਿੰਦੀ ਸੀ ਪਰਮੇਸ਼ਰ ਮੈਂ ਤੁਹਾਡੀ ਸੇਵਾ ਕਰਦੀ, ਇਦਾਂ ਹੋਣਾ ਚਾਹੀਦਾ। ਨਹੀਂ, ਮੈਂ ਛੋੜੀਆਂ ਇਹ ਚੀਜ਼ਾਂ। ਸਟਾਰਟਿੰਗ 'ਚ ਵਰਕ ਸੀਗਾ ਮੇਰੀਆਂ ਮਿਸ, ਗਲਤੀਆਂ ਤੋਂ ਹੀ ਇਨਸਾਨ ਸਿੱਖਦਾ ਹੈ। ਪਰਮੇਸ਼ਰ ਨੂੰ ਸਾਡੀ ਜ਼ਰੂਰਤ ਨਹੀਂ ਹੈ ਪਰ ਅਗਰ ਅਸੀਂ ਮਤਲਬ ਲਈ ਕਰ ਰਹੇ, ਫਿਰ ਅਸੀਂ ਬੜਾਈ ਲੱਭ ਰਹੇ ਹਾਂ। ਪਰਮੇਸ਼ਰ ਨੂੰ ਬੜਾਈ, ਪਰਮੇਸ਼ਰ ਨੂੰ ਮਹਿਮਾ ਸਾਡੀ ਔਕਾਤ ਨਹੀਂ ਹੈ ਬੋਲਣ ਦੀ, ਕਰਨ ਦੀ, ਕੁਝ ਵੀ ਕਰਨ ਦੀ ਨਹੀਂ ਹੈ। ਹੁਣੀ ਸਾਹ ਖਿੱਚ ਲਏ, ਅਸੀਂ ਮਰ ਜਾਵਾਂਗੇ। ਮੈਂ ਬੜਾਈ ਨਾ ਲੱਭੀ, ਉਹ ਲੱਭ ਰਿਹਾ ਸੀਗਾ। ਪਰਮੇਸ਼ਰ ਕਹਿੰਦੇ ਉਹਨੂੰ ਕਹਿ ਆਪਣੀ ਮਹਿਮਾ, ਆਪਣੀ ਬੜਾਈ ਨਾ ਲੱਭ ਕਿ ਮੈਨੂੰ ਉੱਚਾ ਪਦ ਮਿਲ ਜਾਏਗਾ, ਮੈਨੂੰ ਇਹ ਮਿਲ ਜਾਏਗਾ, ਮੈਨੂੰ ਇਹ ਹੋ ਜਾਏਗਾ, ਮੈਨੂੰ ਉਸ ਜਗ੍ਹਾ ਤੇ ਪਹੁੰਚ ਜਾਊਂਗਾ। ਪਹੁੰਚਾਉਣ ਵਾਲਾ परमेश्वर है। अपना काम करिए। हालेलुया। परमेश्वर ने प्रॉमिस किया, वादा किया कि मैं सारे मनुष्यों पर विपत्ति डालूंगा, परंतु जहां कहीं तू जाएगा वहां मैं तेरे प्राणों को बचाऊंगा, तुझे जी। मतलब परमेश्वर ने प्रॉमिस किया। वो बेबीलोन गया, उन्हें उत्थे जाके फिर उस किताब ਨੂੰ ਪੜਿਆ ਜੋ ਵਚਨਾਂ ਦੀ ਸੀਗੀ। ਇਹ ਹੈਗਾ, ਸੌਰੀ,
यिर्मयाह 51 अध्याय ਉਹਦੀ 59 आयत 59 और 60 निकाल के रखना, ठीक है। कहने का मतलब है बाइबल च लिखा है कि मैं, बाइबल लिखा ना मती दी 28 दी 20 मैं जगत के अंत तक तेरे साथ हूं, ना मैं तुझे त्यागूंगा ना मैं तुझे छोड़ूंगा। हालेलुया। लिखा मेरे और मेरे राज्य की खोज कर, अपनी बड़ाई ना कर, मेरा खोजी बन। हालेलुया। मैं हाले तक खोज ही करी दी। ये समुंदर है, समुंदर, बाइबल समंदर है, इच डुबकी मारोगे ना फिर एक मोती निकलदा है, वो भी बहुत गहराई च जाना पैंदा। मैं बाइबल नू समंदर कहनी है। समंदर कदी खत्म नहीं होता। इस समय पृथ्वी दे उत्ते सब तो ज्यादा पानी है, समंदर पानी है। पानी पवित्र आत्मा, बाइबल वो है। समझो, अपनी बड़ाई ना लभीए। बारूक ਨੂੰ ਪਰਮੇਸ਼ਰ ਨੇ ਉਹਦੇ ਬਾਰੂਕ ਦੇ ਕੰਮਾਂ ਨੂੰ ਦੇਖਿਆ, ਪਰਮੇਸ਼ਰ ਨੇ ਉਹਦੀ ਹਰ ਇੱਕ ਚੀਜ਼ ਨੂੰ ਦੇਖਿਆ। ਪਰਮੇਸ਼ਰ ਦੀ ਨਜ਼ਰ ਸਾਡੇ ਤੇ ਲੱਗੀ ਰਹਿੰਦੀ ਹੈ। ਕਹਿੰਦੇ ਮੇਰੇ ਹੱਥਾਂ ਦੇ ਵਿੱਚ ਤੁਹਾਡਾ ਪ੍ਰਤੀਫਲ ਹੈ। ਉਹਨੂੰ ਉਹਦਾ ਪ੍ਰਤੀਫਲ ਮਿਲਿਆ। ਹਾਲੇਲੂਇਆ। ਪੜਨਾ ਸਾਹਿਤ ਨੂੰ, ਫਿਰ ਲਾਸਟ ਇੱਕ ਹੋਰ ਆਇਤ ਕਰਾਂਗੇ। ਹਾਲੇਲੂਇਆ। ਇਹ ਉਹ ਵਚਨ ਹੈ ਜਿਹਦਾ ਯਿਰਮੀਆ ਨਬੀ ਨੇ ਮਹੇਸ਼ੀਆ ਦੇ ਪੋਤੇ ਨੇਰੀਆ ਦੇ ਪੁੱਤਰ ਸਰਾਇਆ ਨੂੰ ਹੁਕਮ ਦਿੱਤਾ, ਜਦ ਉਹ ਯਹੂਦਾ ਦੇ ਪਾਤਸ਼ਾਹ ਸਿਦਕੀਆ ਨਾਲ ਉਹਦੀ ਪਾਤਸ਼ਾਹੀ ਦੇ ਚੌਥੇ ਵਰੇ ਬਾਬਲ ਨੂੰ ਗਿਆ। ਸਰਾਇਆ ਵੱਡਾ ਮੋਦੀ ਸੀ। ਯਿਰਮੀਆ ਨੇ ਉਹ ਸਾਰੀ ਬੁਰੀਆਈ ਜਿਹੜੀ ਬਾਬਲ ਉੱਤੇ ਆਉਣ ਵਾਲੀ ਸੀ ਲਿਖੀ, ਅਰਥਾਤ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਲ ਦੇ ਵਿਖੇ ਲਿਖੀਆਂ ਗਈਆਂ ਸਨ। ਹਾਲੇਲੂਇਆ। ਹਾਲੇਲੂਇਆ। ਫਿਰ ਉਸ ਜਗ੍ਹਾ ਤੇ ਉਹ ਗਿਆ, ਯਿਰਮੀਆ ਦਾ ਸੰਦੇਸ਼ ਲੈ ਕੇ ਗਿਆ ਬੰਦਾਈ, ਪਰ ਉਹਦਾ ਉੱਥੇ ਨੁਕਸਾਨ ਨਹੀਂ ਹੋਇਆ। ਆਪਣੀ ਮੌਤ ਨੂੰ ਵੀ ਤੋਂ ਨਹੀਂ ਡਰਿਆ। ਸਾਡੇ ਵਿੱਚ ਇੰਨਾ ਸਟਰੋਂਗਨੈਸ ਹੋਣੀ ਚਾਹੀਦੀ ਹੈ। ਆਪਣੇ ਬਾਰੇ ਨਹੀਂ, ਜੋ ਪਰਮੇਸ਼ਰ ਕਹਿੰਦਾ ਉਹ ਕਰੋ, ਕਿਉਂਕਿ ਬਾਈਬਲ 'ਚ ਲਿਖਿਆ ਹੈ ਜੋ ਤੁਸੀਂ ਮੇਰੇ ਕੰਮ ਕਰ ਰਹੇ ਹੋ, ਜੋ ਤੁਮੇ ਛੂਤਾ वो मेरी आंख की पुतली को छूता है। कोई सानू छू सकता है? जिन्नी देर तक ਅਸੀਂ ਉਹ ਬਾੜਾ ਨਹੀਂ ਤੋੜਾਂਗੇ। ਸਗੋਂ ਵਿਦੇਸ਼ ਲਿਖਿਆ ਹੈ ਬਾੜਾ ਤੋੜੋਗੇ ਤੇ ਸੱਪ ਡਸੇਗਾ, ਬਾੜਾ ਤੋੜਿਆ ਨਹੀਂ ਤੇ ਸੱਪ ਡਸੇਗਾ ਨਹੀਂ। ਕੁਛ ਨਾ ਕੁਛ ਤਾਂ ਮਿਸਟੇਕਸ ਹੁੰਦੀਆਂ ਨਾ, ਫਿਰ ਜ਼ਿੰਦਗੀ 'ਚ ਪ੍ਰੋਬਲਮਸ ਆਉਂਦੀਆਂ। ਪ੍ਰੋਬਲਮਸ ਦੋ ਤਰੀਕੇ ਨਾਲ ਆਉਂਦੀ, ਇੱਕ ਪਰਮੇਸ਼ਰ ਆਪਣੀ ਮਹਿਮਾ ਲਈ ਲੈ ਕੇ ਆਉਂਦੇ, ਇੱਕ ਸਾਡੀ ਗਲਤੀ ਨਾਲ ਆਉਂਦੀ। ਹੁਣ ਅਸੀਂ ਸਮਝਣਾ ਇਹ ਪ੍ਰੋਬਲਮ ਸਾਡੀ ਜ਼ਿੰਦਗੀ 'ਚ ਆਈ ਕਿਉਂ। ਸਾਨੂੰ ਇੰਨੀ ਬੁੱਧ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਮਿਸਟੇਕਸ ਕੀਤੀ। ਹਾਲੇਲੂਇਆ। लास्ट आयत प्रकाशित वाक्य 22 अध्याय 12 आयत। ਹਾਲੇਲੂਇਆ। ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਕਿ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਹਾ ਉਹਨੂੰ ਬਦਲਾ ਦਿਆਂ। ਹਾਲੇਲੂਇਆ। हालेलुया। देखो मैं श्री आने वाला हूं। परमेश्वर भविष्यवाणी कर रहे, देखो मैं शीघ्र आने वाला हूं और हर एक के काम के अनुसार बदला देने के लिए प्रतिफल, रिजल्ट जो बारूक नु मिलिया रिजल्ट कि मैं तेरे नाल रवांगा, मैं तेनू छोड़ांगा नहीं, मैं तेरे प्राणा दी रक्षा करांगा, जहां जहां तू जाएगा मैं तेरे संग रहूंगा। ये प्रतिफल सी ओदे वर्क दा रिजल्ट सी। ਜਿਹੜੀ 45 लास्ट पढ़ी है ना कि परंतु जहां कहीं तू जाए वहां मैं तेरा प्राण बचाकर तुझे जीवित रखूंगा। मतलब प्राण बचाना मतलब परमेश्वर संग संग रहंदे है। परमेश्वर जैसे दाऊद के संग संग रहते थे, परमेश्वर दाऊद दे नाल रहंदे सी, परमेश्वर हनोक दे नाल रहंदे सी, परमेश्वर यूसुफ दे नाल रहंदे सी। परमेश्वर साडे नाल भी रहंदे है। मती 20:28 लिखा है, ना मैं तुम्हें छोड़ूंगा ना मैं तुम्हें त्यागूंगा, मैं जगत के अंत तक तुम्हारे साथ हूं। ये साडा प्रतिफल है, तुहाडे ऊपर डिपेंड है ਤੁਸੀਂ ਬਾਰੂਕ ਵਾਲੀ ਚਾਲ ਚੱਲਣਾ ਹੈ, ਕਿੱਦਾਂ ਦੀ ਚਾਲ ਚੱਲਣੀ ਹੈ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਅੱਜ ਦੇ ਕਲਾਮ ਨੇ ਵੀ ਹਿਲਾ ਕੇ ਰੱਖਿਆ ਹੋਣਾ, ਬਹੁਤ ਜ਼ਿਆਦਾ ਹਿੱਲੇ ਹੋਣੇ, ਸ਼ੇਕ ਹੋ ਗਏ। ਮਤਲਬ ਹਿਲਾਣਾ ਤਾਂ ਸ਼ੇਕ ਹਿਲਾ ਦਿੰਦਾ ਹੈ ਪਰਮੇਸ਼ਰ ਦਾ ਕਲਾਮ, ਔਰ ਸਾਨੂੰ ਸੁਧਾਰਦਾ ਹੈ। ਜਿਹੜਾ ਕਲਾਮ ਹੈ ਕੋੜੇ ਵਾਂਗ ਲੱਗਦਾ ਹੈ, ਤਲਵਾਰ ਵਾਂਗ ਲੱਗਦਾ ਹੈ, ਛਿੱਦਦਾ ਸਾਨੂੰ ਹਿਲਾਉਂਦਾ। ਜੇ ਕਿਸੇ ਨੂੰ ਛਿੱਦਿਆ ਹਿਲਾਇਆ ਤੇ ਪਰਮੇਸ਼ਰ ਦਾ ਵਚਨ ਅਸ ਗੱਲ ਕਰ ਰਿਹਾ, ਔਰ ਇਹ ਕਲਾਮ ਸਾਡੀ ਹਿਰਦੇ ਰੂਪੀ ਪੱਟੀਆਂ ਦੇ ਉੱਪਰ ਲਿਖਿਆ ਜਾਏ। ਕੋਈ ਵੀ ਅੰਧਕਾਰ ਦੀ ਸ਼ੈਤਾਨ ਤਾਕਤ ਇਸ ਕਲਾਮ ਨੂੰ ਚੁਰਾ ਨਾ ਸਕੇ। ਅਸੀਂ ਪਰਮੇਸ਼ਰ ਤੋਂ ਵਫਾਦਾਰੀ ਮੰਗਦੇ ਹਾਂ, ਜਿਹਦਾ ਬਾਰੂਕ ਪਰਮੇਸ਼ਰ ਨਾਲ ਵਫਾਦਾਰ ਹੈ।
ਹਾਲੇਲੂਇਆ। ਗॉड ਬlesਸ ਯੂ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਆਮੇਨ। ਗॉड ਬlesਸ ਯੂ ਸਾਰਿਆਂ ਨੂੰ। ਖੁਦਾ ਬlesਸ ਕਰਨ ਔਰ ਇਹ ਕਲਾਮ ਸਾਡੀ ਜ਼ਿੰਦਗੀ 'ਚ 100 ਗੁਣਾ ਫਲ ਲੈ ਕੇ ਆਏ ਯਿਸੂ ਦੇ ਨਾਮ ਦੇ ਵਿੱਚ ਆਮੇਨ। गॉड ਬlesਸ ਯੂ ਸਾਰਿਆਂ ਨੂੰ। ਜੈ ਮਸੀਹ ਕੀ।